ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਪੰਜਾਬ ਜੀਕੇ ਦੀ ਕਲਾਸ ਨੰਬਰ 7 ਲੈ ਕੇ ਆਏ ਹਾਂ। ਇਸ ਤੋਂ ਪਹਿਲਾਂ ਆਪਾਂ ਕਲਾਸਾਂ 6 ਕਰ ਚੁੱਕੇ ਹਾਂ, ਜਿਹਦੇ ਵਿੱਚ ਕਿ ਆਪਾਂ ਰਿਵਰ ਸਿਸਟਮ ਪੰਜਾਬ ਦਾ ਭੂਗੋਲ ਪੜ੍ਹ ਚੁੱਕੇ ਹਾਂ ਅਤੇ ਆਪਣੇ 10 ਗੁਰੂਆਂ ਬਾਰੇ ਵੀ ਬਹੁਤ ਚੰਗੀ ਤਰ੍ਹਾਂ ਪੜ੍ਹ ਚੁੱਕੇ ਹਾਂ। ਠੀਕ ਹੈ ਜੀ। ਸੋ ਥਿਊਰੀ ਪਲੱਸ MCQ ਦੇ ਨਾਲ ਆਪਾਂ ਕਵਰ ਕਰ ਰਹੇ ਹਾਂ। ਇਹ ਜਿਹੜੇ ਵੀ ਸਬਜੈਕਟ ਸਾਰੇ ਆਪਾਂ ਜੀਕੇ ਦੇ ਕਰ ਰਹੇ ਹਾਂ। ਸੋ ਤੁਹਾਨੂੰ ਮੈਂ ਇਹ ਰਿਕੁਐਸਟ ਕਰਦਾ ਵਾਂ ਕਿ ਤੁਸੀਂ ਪਹਿਲਾਂ ਜਾ ਕੇ ਇਹ 7 ਤੋਂ ਪਹਿਲਾਂ ਉਹ ਵਾਲੀਆਂ 6 ਕਲਾਸਾਂ ਜ਼ਰੂਰ ਦੇਖੋ, ਕਿਉਂਕਿ ਆਪਾਂ ਟੌਪਿਕ ਵਾਈਜ਼ ਹੀ ਹੌਲੀ ਹੌਲੀ ਅੱਗੇ ਵਧਾਂਗੇ। ਸੋ ਤੁਸੀਂ ਪਹਿਲਾਂ ਉਹ 6 ਕਲਾਸਾਂ ਦੇਖਣੀਆਂ ਬਹੁਤ ਜ਼ਰੂਰੀ ਨੇ। ਉਹ ਕਲਾਸਾਂ ਮੈਂ ਥੋੜ੍ਹੇ ਟਾਈਮ ਲਈ ਰੋਕਤੀਆਂ ਸੀ, ਕਿਉਂਕਿ ਨਾ ਮਾਡਰਨ ਹਿਸਟਰੀ ਦੀ ਬਹੁਤ ਜ਼ਿਆਦਾ ਸਟੂਡੈਂਟਸ ਕਹਿ ਰਹੇ ਸੀ ਕਿ ਉਹਨੂੰ ਸ਼ੁਰੂ ਕਰੋ। ਸੋ ਆਪਾਂ ਮਾਡਰਨ ਹਿਸਟਰੀ ਦੇ ਨਾਲ ਪੋਲਿਟੀ ਸ਼ੁਰੂ ਕੀਤੀ ਹੋਈ ਸੀ। ਮਾਡਰਨ ਹਿਸਟਰੀ ਇਸ ਟਾਈਮ ਆਪਣੀ ਖਤਮ ਹੋ ਚੁੱਕੀ ਆ। ਇਸ ਟਾਈਮ ਦੇ ਉੱਤੇ ਪੋਲਿਟੀ ਆਪਣੀ ਚੱਲ ਰਹੀ ਆ। ਮਾਡਰਨ ਹਿਸਟਰੀ ਦੀਆਂ 1-2 ਕਲਾਸਾਂ ਹੋਣਗੀਆਂ, ਉਹ ਮੈਂ ਵਿੱਚ ਜਦੋਂ ਵੀ ਟਾਈਮ ਲੱਗੇਗਾ ਮੈਂ ਪੂਰੀ ਕਰ ਦੇਵਾਂਗਾ। ਤੇ ਪੋਲਿਟੀ ਜੋ ਹੈ, ਪੋਲਿਟੀ ਦੀਆਂ 18 ਕਲਾਸਾਂ ਹੋ ਚੁੱਕੀਆਂ ਨੇ, ਤੇ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਕਰ ਰਹੇ ਆਪਾਂ ਦੋਵੇਂ ਸਬਜੈਕਟ। ਉਹ ਤਾਂ ਜਿਹੜੇ ਆਪਣੀ ਪੋਲਿਟੀ ਹੈ, ਪੋਲਿਟੀ ਦੀਆਂ ਕਲਾਸਾਂ ਰੈਗੂਲਰ ਚੱਲਦੀਆਂ ਰਹਿਣਗੀਆਂ। ਸੋ ਲਗਭਗ ਅੱਧੀ ਪੋਲਿਟੀ ਆਪਣੀ ਖਤਮ ਹੋ ਚੁੱਕੀ ਹੈ। 12 ਕਲਾਸਾਂ ਹੋਰ ਹੋਣਗੀਆਂ। 30 ਕਲਾਸਾਂ ਦੇ ਵਿੱਚ ਆਪਾਂ ਪੋਲਿਟੀ ਪੂਰੀ ਚੰਗੀ ਤਰ੍ਹਾਂ ਨਿਬੇੜ ਦੇਵਾਂਗੇ। ਫਿਰ ਉਸ ਤੋਂ ਬਾਅਦ ਆਪਾਂ MCQ ਕਰਾਂਗੇ। ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦਾ ਸੈਸ਼ਨ। ਦੇਖੋ ਜੀ, ਪਿਛਲੇ ਆਪਾਂ ਉਹਦੇ ਵਿੱਚ ਪੜ੍ਹਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਬਾਰੇ ਸਾਰਾ ਕੁਝ ਪੜ੍ਹ ਰਿਹਾ ਸੀ ਤੇ ਉਹਨਾਂ ਦੀ ਜੀਵਨੀ ਬਾਰੇ। ਅੱਜ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਪੜ੍ਹਾਂਗੇ, ਕਿਉਂਕਿ ਇਹ ਇੱਕ ਬਹੁਤ ਹੀ ਵੱਡੇ ਯੋਧੇ ਸੀਗੇ ਬਾਬਾ ਬੰਦਾ ਸਿੰਘ ਬਹਾਦਰ। ਸੋ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਭੇਜਿਆ ਸੀ, ਠੀਕ ਹੈ, ਮੁਗਲਾਂ ਦੇ ਖਿਲਾਫ ਲੜਾਈ ਲਈ। ਸੋ ਆਓ ਸਾਰਾ ਆਪਾਂ ਇਸ ਕਲਾਸ ਦੇ ਵਿੱਚ ਕਵਰ ਕਰਾਂਗੇ। ਦੇਖੋ ਜੀ, ਹੁਣ ਜੀ ਇਹਦੇ ਵਿੱਚ ਆ ਰਿਹਾ ਜੀ, ਪਹਿਲਾਂ ਆਪਣਾ ਪੁਆਇੰਟ ਆ, ਕਹਿੰਦਾ ਜੀ ਸਿੱਖ ਯੋਧਾ ਸੀਗੇ ਜੋ ਬੰਦਾ ਸਿੰਘ ਬਹਾਦਰ ਦਾ ਜਨਮ। ਪਹਿਲਾਂ ਤਾਂ ਜਿਹੜੇ ਰੈੱਡ ਕੀਤਾ ਹੋਇਆ ਨਾ ਮੈਂ, ਇਹ ਤੁਸੀਂ ਚੰਗੀ ਤਰ੍ਹਾਂ ਕਰਨਾ ਵਾ, ਬਹੁਤ ਇੰਪੋਰਟੈਂਟ ਆ, ਕਿਉਂਕਿ ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਆ ਸਕਦਾ ਕਿ ਬੰਦਾ ਸਿੰਘ ਬਹਾਦਰ ਦਾ ਜਨਮ ਕਿਹੜੇ ਸਾਲ 'ਚ ਹੋਇਆ। 27 ਦਸੰਬਰ 1670 ਨੂੰ ਉਹਨਾਂ ਦਾ ਜਨਮ। ਸੋ ਇਹ ਪੇਪਰ ਦੇ ਵਿੱਚ ਕੁਐਸਚਨ ਆਇਆ ਕਿ ਉਹਨਾਂ ਦਾ ਜਨਮ ਹੋਇਆ ਕਿੱਥੇ ਨੇ। ਕਸ਼ਮੀਰ ਦੇ ਨਾ ਪੁੰਛ ਜ਼ਿਲ੍ਹੇ ਦੇ ਵਿੱਚ ਰਜੌਰੀ ਵਿਖੇ ਹੋਇਆ ਵਾ ਇਹਨਾਂ ਦਾ ਜਨਮ। ਠੀਕ ਆ। ਸੋ ਇਹ ਤੁਸੀਂ ਪੁਆਇੰਟ ਜਿਹੜੇ ਰੈੱਡ ਕੀਤੇ ਹੋਏ ਨੇ ਇਹ ਯਾਦ ਕਰਨੇ ਨੇ। ਹੁਣ ਉਹਨਾਂ ਦਾ ਅਸਲ ਨੇਮ, ਆਹ ਕੁਐਸਚਨ PPSC ਦੇ ਵਿੱਚ ਰਿਪੀਟ ਹੋਇਆ ਵਾ ਇੱਕ ਪੇਪਰ ਦੇ ਵਿੱਚ, ਸ਼ਾਇਦ ਕੋਆਪਰੇਟਿਵ ਇੰਸਪੈਕਟਰ ਜਾਂ ਸੀਨੀਅਰ ਅਸਿਸਟੈਂਟ ਦੇ ਵਿੱਚ ਰਿਪੀਟ ਹੋਇਆ ਕਿ ਸਟੇਟਮੈਂਟ ਬੇਸਡ ਪੁੱਛਿਆ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ। ਠੀਕ ਆ। ਸੋ ਲక్ష్మణ ਦੇਵ ਉਹਨਾਂ ਦਾ ਅਸਲ ਨਾਮ ਸੀ। ਠੀਕ ਆ। ਸੋ ਉਸ ਤੋਂ ਬਾਅਦ ਉਹ ਇੱਕ ਕਿਸਾਨ ਸੀਗੇ ਜਿਹੜੇ ਕਿ ਰਾਮਦੇਵ ਦੇ ਸੁਪੁੱਤਰ ਸੀਗੇ ਇਹ। ਠੀਕ ਆ। ਸੋ ਸ਼ਿਕਾਰ ਦੌਰਾਨ ਉਹਨਾਂ ਦਾ ਇੱਕ ਤੀਰ ਨਾਲ ਇੱਕ ਨਾ ਮਾਦਾ ਹਿਰਨੀ ਜਿਹੜੀ ਸੀ, ਉਹਨਾਂ ਦੇ ਵਿੱਚ ਜੋ ਬੱਚੇ ਪਲ ਰਹੇ ਸੀ ਉਹਨਾਂ ਦੇ ਗਰਭ ਦੇ ਵਿੱਚ, ਤਾਂ ਉਹਨਾਂ ਨੂੰ ਮਰਦੇ ਦੇਖ ਕੇ ਉਹ ਨਾ ਬੈਰਾਗੀ ਬਣ ਗਏ ਸੀ ਉਸ ਟਾਈਮ ਦੇ ਉੱਤੇ। ਠੀਕ ਆ। ਸੋ ਬਾਅਦ ਵਿੱਚ ਉਹਨਾਂ ਦਾ ਨਾਂ ਕੀ ਰੱਖਿਆ ਗਿਆ? ਮਾਧੋਦਾਸ ਰੱਖਿਆ ਗਿਆ। ਠੀਕ ਆ। ਉਹਨਾਂ ਮਾਧੋਦਾਸ ਬੈਰਾਗੀ। ਫਿਰ ਕੀ ਹੋਇਆ ਜੀ, ਆਪਣੇ ਯੋਗ ਗੁਰੂ ਸੀਗੇ ਉਹਨਾਂ ਦੇ ਅਯੁਰਨਾਥ। ਇੱਕ ਇਹਨਾਂ ਦੀ ਜੋ ਵੀ ਚੀਜ਼ਾਂ ਮੈਂ ਰੈੱਡ ਕੀਤੀਆਂ ਨੇ ਇਹ ਤੁਸੀਂ ਜ਼ਰੂਰ ਕਰਨਾ ਵਾ। ਠੀਕ ਆ। ਉਹ ਨਾਸਿਕ ਤੋਂ ਸੀ। ਉਹਨਾਂ ਦੀ ਜਦੋਂ ਮੌਤ ਹੋ ਗਈ ਤਾਂ ਉਹ ਨਾਂਦੇੜ ਆ ਗਏ, ਜਿੱਥੇ ਆ ਕੇ ਉਹਨਾਂ ਨੇ ਆਪਦਾ ਨਾ ਇੱਕ ਡੇਰਾ ਸਥਾਪਿਤ ਕਰ ਲਿਆ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਉਹ ਬੈਰਾਗੀ ਬਣ ਗਏ ਸੀਗੇ। ਸੋ ਉਹਦੇ ਨਾਲ ਜੁੜ ਗਏ ਸੀਗੇ, ਤਾਂ ਉਹਨਾਂ ਨੇ ਇੱਕ ਡੇਰਾ ਸਥਾਪਿਤ ਕਰ ਲਿਆ। ਠੀਕ ਹੈ। ਇੱਥੇ ਆ ਗਏ। ਫਿਰ ਕੀ ਹੋਇਆ ਜੀ, 1708 ਈਸਵੀ ਵਿੱਚ ਕੀ ਹੋਇਆ, ਆਪਣੇ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨਾ ਨਾਂਦੇੜ ਵਿੱਚ ਸਥਿਤ ਡੇਰਾ ਤੇ ਆ ਗਏ। ਠੀਕ ਆ। ਸੋ ਗੁਰੂ ਸਾਹਿਬ ਨੇ ਕੀ ਕੀਤਾ ਜੀ, ਉਹਨਾਂ ਨੇ ਇੱਕ ਨਗਾਰਾ ਅਤੇ ਆਪਣੇ ਭੱਥੇ ਵਿੱਚੋਂ 5 ਤੀਰ ਦੇ ਕੇ ਉਹਨਾਂ ਨੂੰ ਕਾਰਜਕਾਰੀ ਆਪਦਾ ਨੇਤਾ ਬਣਾ ਲਿਆ ਸੀ। ਦੇਖੋ, ਠੀਕ ਹੈ ਜੀ। ਸੋ ਉਹਨਾਂ ਨੂੰ ਜੋ ਬੰਦਾ ਸਿੰਘ ਬਹਾਦਰ ਸੀ ਉਹਨਾਂ ਨੂੰ ਆਪਦਾ ਕਾਰਜਕਾਰੀ ਨੇਤਾ ਬਣਾ ਲਿਆ ਸੀ, ਕਿਉਂਕਿ ਬੰਦਾ ਸਿੰਘ ਬਹਾਦਰ ਬਹੁਤ ਪ੍ਰਭਾਵਿਤ ਹੋਏ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖ ਕੇ ਤੇ ਉਹਨਾਂ ਨੂੰ ਮਿਲ ਕੇ। ਠੀਕ ਹੈ ਜੀ। ਸੋ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਹੀ ਇਹਨਾਂ ਨੂੰ ਬੰਦਾ ਸਿੰਘ ਦਾ ਨਾਮ ਦਿੱਤਾ ਸੀ। ਇਹ ਤੁਸੀਂ ਯਾਦ ਰੱਖਣਾ। ਠੀਕ ਆ। ਪੇਪਰ ਦੇ ਵਿੱਚ ਕੁਐਸਚਨ ਆ ਸਕਦਾ ਕਿ ਬੰਦਾ ਸਿੰਘ ਬਹਾਦਰ ਨਾਮ ਕਿਹਨੂੰ ਦਿੱਤਾ ਸੀਗਾ, ਕਿਹਨੇ ਦਿੱਤਾ ਸੀ? ਗੁਰੂ ਗੋਬਿੰਦ ਸਿੰਘ ਜੀ ਨੇ। ਸੋ ਗੁਰੂ ਸਾਹਿਬ ਨੇ ਕੀ ਕੀਤਾ ਜੀ, ਉਹਨਾਂ ਨੂੰ ਆਪਣਾ ਸੈਨਾਪਤੀ ਬਣਾਤਾ ਸੀ। ਠੀਕ ਆ। ਆਪਦੀ ਫੌਜ ਦਾ ਸੈਨਾਪਤੀ ਬਣਾਇਆ ਤੇ ਇੱਕ ਨਾ ਸਲਾਹ ਲਈ ਇੱਕ 5 ਸਿੱਖਾਂ ਦੀ ਕਮੇਟੀ ਬਣਾਤੀ ਉਹਨਾਂ ਨੂੰ। ਤੇ ਉਹਦੇ ਵਿੱਚ ਜਿਹੜੇ ਸਿੱਖ ਸੀ ਉਹ ਸੀ ਵਿਨੋਦ ਸਿੰਘ, ਕਾਹਨ ਸਿੰਘ, ਬਾਜ ਸਿੰਘ, ਦਇਆ ਸਿੰਘ ਤੇ ਰਾਮ ਸਿੰਘ। ਉਹਨਾਂ ਨੇ ਕੀ ਕੀਤਾ ਜੀ, ਉਸ ਤੋਂ ਬਾਅਦ ਉਹਨਾਂ ਨੇ ਮੁਗਲਾਂ ਦੇ ਵਿਰੁੱਧ, ਮਤਲਬ ਕਿ ਵਜ਼ੀਰ ਖਾਨ ਨੂੰ ਸਜ਼ਾ ਦੇਣ ਲਈ ਇੱਕ ਵਿੱਢੀ ਮੁਹਿੰਮ ਦੀ ਅਗਵਾਈ ਕਰਨ ਲਈ ਕਿਹਾ। ਇੱਕ ਤਾਂ ਉਹਨਾਂ ਨੇ ਮੁਗਲਾਂ ਦੇ ਵਿਰੁੱਧ ਉਹਨਾਂ ਨੇ ਕਿਹਾ ਵੀ ਮੁਗਲਾਂ ਦੇ ਵਿੱਚ ਜਾਓ, ਉੱਥੇ ਜਾਓ, ਵਾਪਸ ਜਾਓ ਤੇ ਮੁਗਲਾਂ ਤੋਂ ਬਦਲਾ ਲਓ, ਜਿਹੜਾ ਕਿ ਮੁਗਲਾਂ ਨੇ ਕਤਲੇਆਮ ਉਸ ਟਾਈਮ ਦੇ ਉੱਤੇ ਕੀਤਾ ਸੀ। ਆਪਾਂ ਦੇਖਿਆ ਸੀਗਾ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਉਹਨਾਂ ਨੇ ਬੇਦਰਦੀ ਦੇ ਨਾਲ ਨੀਹਾਂ ਦੇ ਵਿੱਚ ਚਿਣਵਾਤਾ ਸੀ। ਸੋ ਉਸ ਲਈ ਅਤੇ ਮੁਗਲਾਂ ਤੋਂ ਜੋ ਬਾਕੀ ਵੀ ਜੋ ਕਤਲੇਆਮ ਉਹਨਾਂ ਨੇ ਕੀਤਾ ਸੀਗਾ, ਠੀਕ ਆ, ਮੁਗਲਾਂ ਨੇ, ਵਜ਼ੀਰ ਖਾਨ ਨੇ ਕੀਤਾ ਸੀ, ਉਹਦੇ ਬਦਲਾ ਲੈਣ ਲਈ ਇਹਨਾਂ ਨੇ ਵਾਪਸ ਭੇਜਿਆ ਇਹਨਾਂ ਨੂੰ ਕਿ ਤੁਸੀਂ ਜਾ ਕੇ ਆਪਦਾ ਰੂਲ ਸਟੈਬਲਿਸ਼ ਕਰੋ। ਹੁਣ ਕੀ ਹੋਇਆ ਜੀ, ਉਸ ਤੋਂ ਬਾਅਦ ਕੀ ਹੋਇਆ ਜੀ, ਬੰਦਾ ਸਿੰਘ ਬਹਾਦਰ ਨੇ ਕੀ ਕੀਤਾ ਜੀ, ਪੰਜਾਬ ਵੱਲ ਕੂਚ ਕਰ ਲਈ। ਠੀਕ ਆ। ਪੰਜਾਬ ਵੱਲ ਚਲੇ ਗਏ ਉਹ ਆਪਦੇ ਕਾਫਲੇ ਨੂੰ ਲੈ ਕੇ। ਸਭ ਤੋਂ ਪਹਿਲਾਂ ਉਹਨਾਂ ਨੇ ਸਰਹਿੰਦ, ਦੇਖੋ, ਸਮਾਣਾ, ਘੁਰਮ, ਥਸਕਾ, ਸ਼ਾਹਬਾਦ, ਮੁਸਤਾਫਾਦ ਤੇ ਕਪੂਰੀ, ਇਹ ਆਪਦੇ ਜਿਹੜੇ ਸੀਗੇ, ਠੀਕ ਆ, ਸ਼ਹਿਰ, ਇਹ ਕਬਜ਼ੇ 'ਚ ਲਏ। ਫਿਰ ਉਹਨਾਂ ਨੇ ਸਢੌਰਾ ਤੇ ਕਬਜ਼ਾ ਕੀਤਾ। ਫਿਰ ਕੀ ਕੀਤਾ, ਜਿੱਥੇ ਉਸਨੇ ਉਸਮਾਨ ਖਾਨ ਸੀ ਉਹਨੂੰ ਜਾਨੋਂ ਮਾਰਤਾ। ਠੀਕ ਆ। ਉਸਮਾਨ ਖਾਨ ਕੌਣ ਸੀ? ਉਸਮਾਨ ਖਾਨ ਹੁਣ ਉਹੀ ਸੀ, ਇੱਕ ਨਾ ਸਈਦ ਬੁੱਧੂ ਸ਼ਾਹ ਜੀ ਸੀਗੇ, ਜਿਹਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਪਰਮ ਮਿੱਤਰ ਮੰਨਦੇ ਸੀਗੇ। ਸਈਦ ਬੁੱਧੂ ਸ਼ਾਹ ਜੀ। ਠੀਕ ਆ। ਸੋ ਉਹਨੂੰ ਤਸੀਹੇ ਦੇ ਕੇ ਮਾਰਤਾ ਸੀ। ਸੋ ਉਹਦਾ ਬਦਲਾ ਲੈਣ ਲਈ ਉਹਨਾਂ ਨੇ ਉਸਮਾਨ ਖਾਨ ਨੂੰ ਵੀ ਜਾਨੋਂ ਮਾਰ ਦਿੱਤਾ। ਹੁਣ ਨੈਕਸਟ ਕਰਾਂਗੇ ਜੀ ਆਪਾਂ। ਹੁਣ ਕੀ ਹੋਇਆ ਜੀ, ਬਹੁਤ ਇੰਪੋਰਟੈਂਟ ਪੁਆਇੰਟ ਬਣਦਾ ਵਾ ਆਹ, ਸਭ ਤੋਂ ਜ਼ਿਆਦਾ ਪੇਪਰ ਦੇ ਵਿੱਚ ਪੁੱਛਿਆ ਜਾਣ ਵਾਲਾ ਪੁਆਇੰਟ ਇਹ ਆ। ਸੋ ਤੁਸੀਂ ਕਰਨਾ ਵਾ, ਕਹਿੰਦਾ ਜੀ ਸਰਹਿੰਦ ਦਾ ਨਵਾਬ ਵਜ਼ੀਰ ਖਾਨ 12 ਮਈ 1710 ਨੂੰ ਚੱਪੜਚਿੜੀ ਦੇ ਉੱਤੇ ਇਹਨਾਂ ਨੇ ਹਮਲਾ ਕਰ ਦਿੱਤਾ। ਠੀਕ ਆ। ਤੇ ਚੱਪੜਚਿੜੀ ਦੇ ਉੱਤੇ ਜਦੋਂ ਇਹਨਾਂ ਨੇ ਹਮਲਾ ਕੀਤਾ ਤਾਂ ਜੰਗ ਦੇ ਵਿੱਚ ਇਹ ਮਾਰਿਆ ਗਿਆ, ਵਜ਼ੀਰ ਖਾਨ ਨੂੰ ਮਾਰ ਦਿੱਤਾ। ਸਰਹਿੰਦ ਤੇ ਬੰਦਾ ਸਿੰਘ ਬਹਾਦਰ ਨੇ ਕਬਜ਼ਾ ਕਰ ਲਿਆ। ਠੀਕ ਆ। ਜਿਹਨੂੰ ਕਿ ਆਪਾਂ ਚੱਪੜਚਿੜੀ ਦੀ ਲੜਾਈ ਵੀ ਕਹਿ ਦਿੰਦੇ ਆ, ਜਾਂ ਆਪਾਂ ਸਰਹਿੰਦ ਦੀ ਲੜਾਈ ਵੀ ਕਹਿ ਦਿੰਦੇ ਆ। ਠੀਕ ਆ। 1710 'ਚ
ਫਿਰ ਕੋਈ ਹੋਇਆ ਜੀ ਇਸ ਤਰ੍ਹਾਂ ਉਹ ਯਮਨਾ ਅਤੇ ਸਤਲੁਜ ਵਿਚਲੇ ਇਲਾਕਿਆਂ ਦਾ ਪ੍ਰਤੱਖ ਰੂਪ ਵਿੱਚ ਮਾਲਕ ਬਣ ਗਿਆ ਸੀ ਉਸ ਟਾਈਮ ਦੇ ਉੱਤੇ, ਠੀਕ ਹੈ ਜੀ। ਬੰਦਾ ਸਿੰਘ ਬਹਾਦਰ ਨੇ ਕੀ ਕੀਤਾ ਜੀ, ਬੰਦਾ ਸਿੰਘ ਬਹਾਦਰ ਨੇ ਮੁਖਲੀਸਪੁਰ ਆਪਣਾ ਕਿਲਾ ਸੀਗਾ ਉਹਨੂੰ ਆਪਦੀ ਰਾਜਧਾਨੀ ਬਣਾਇਆ ਤੇ ਉਹਦਾ ਹੀ ਨਾਮ ਬਦਲ ਕੇ ਇਹਨਾਂ ਨੇ ਬਾਅਦ ਵਿੱਚ ਲੋਹਗੜ੍ਹ ਰੱਖਤਾ ਸੀ, ਠੀਕ ਆ, ਜਿਹਨੂੰ ਕਿ ਆਪਾਂ ਲੋਹਗੜ੍ਹ ਨੂੰ ਵੀ ਲੋਹਗੜ੍ਹ ਦਾ ਕਿਲਾ ਵੀ ਕਹਿ ਦਿੰਦੇ ਆ, ਠੀਕ ਆ। ਸੋ ਇਹ ਪੇਪਰ ਦੇ ਵਿੱਚ ਇਹ ਕੁਐਸਚਨ ਬਣਦੇ ਨੇ, ਠੀਕ। ਸੋ ਆਹ ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ ਵਾ, ਸੋ ਤਾਂ ਹੀ ਮੈਂ ਬਾਰ-ਬਾਰ ਤੁਹਾਨੂੰ ਕਹਿ ਰਿਹਾ, ਚੱਪੜਚਿੜੀ ਵਾਲਾ ਵੀ ਆਇਆ ਹੋਇਆ ਵਾ, ਮੁਖਲੀਸਪੁਰ ਵਾਲਾ ਵੀ ਆਇਆ ਹੋਇਆ ਵਾ, ਠੀਕ ਆ। ਸੋ ਇਹਦੀ ਰਾਜਧਾਨੀ ਬਣਾਇਆ ਸੀ ਜਿਹਨੂੰ ਕਿ ਲੋਹਗੜ੍ਹ ਕਹਿੰਦੇ ਨੇ। ਹੁਣ ਕੀ ਹੋਊਗਾ ਜੀ ਅੱਗੇ, ਫਿਰ ਕੀ ਕੀਤਾ ਜੀ ਉਸਨੇ ਰਾਜਸੀ ਸ਼ਾਨੋ ਸ਼ੌਕਤ ਅਖਤਿਆਰ ਕੀਤੀ ਅਤੇ ਇੱਕ ਨਵਾਂ ਕੈਲੰਡਰ, ਸਿੱਕੇ ਤੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੀਆਂ ਮੋਹਰਾਂ ਵੀ ਜਾਰੀ ਕੀਤਾ। ਸਰਕਾਰੀ ਕੰਮ ਕਰਨ ਲਈ ਫਾਰਸੀ ਭਾਸ਼ਾ ਨੂੰ ਉਹਨਾਂ ਨੇ ਮਾਨਤਾ ਦਿੱਤੀ ਆਪਦੇ ਰਾਜ ਦੇ ਵਿੱਚ ਜਿੱਥੇ ਸਥਾਪਿਤ ਕੀਤਾ ਸੀ। ਤਾਂ ਉਹਨਾਂ ਨੇ ਇੱਕ ਜ਼ਮੀਂਦਾਰੀ ਪ੍ਰਣਾਲੀ ਵੀ ਖਤਮ ਕੀਤੀ ਕਿਉਂਕਿ ਉਸ ਟਾਈਮ ਦੇ ਉੱਤੇ ਜ਼ਮੀਂਦਾਰੀ ਪ੍ਰਣਾਲੀ ਚੱਲ ਰਹੀ ਸੀ ਤੇ ਜਿਹੜੇ ਕਿਸਾਨ ਸੀ ਕਿਸਾਨਾਂ ਦੇ ਉੱਤੇ ਬਹੁਤ ਜ਼ੁਲਮ ਹੋ ਰਿਹਾ ਸੀ, ਠੀਕ ਹੈ ਜੀ। ਸੋ ਅੱਗੇ ਦੇਖੋ ਜੀ, ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਤੇ ਤੁਸੀਂ ਕਨਫਿਊਜ਼ ਨਹੀਂ ਹੋਣਾ, ਠੀਕ ਹੈ। ਇੱਕ ਹੁੰਦੇ ਨੇ ਨਾਨਕਸ਼ਾਹੀ ਕੋਇਨ, ਠੀਕ ਹੈ ਜੀ। ਨਾਨਕਸ਼ਾਹ ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਆਊਗਾ ਕਿ ਜਿਹੜੇ ਨਾਨਕਸ਼ਾਹੀ ਕੋਇਨ ਨੇ ਉਹ ਕਿਹਨਾਂ ਨੇ ਇੰਟਰੋਡਿਊਸ ਕੀਤੇ ਸੀ, ਤੋ ਉਹ ਆਪਣੇ ਮਹਾਰਾਜਾ ਰਣਜੀਤ ਸਿੰਘ ਨੇ ਇੰਟਰੋਡਿਊਸ ਕੀਤੇ ਸੀ। ਜੇਕਰ ਉਹ ਪੁੱਛਣਗੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੀਆਂ ਮੋਹਰਾਂ ਕਿਹਨੇ ਜਾਰੀ ਕੀਤੀਆਂ ਸੀ, ਠੀਕ ਆ, ਤਾਂ ਉਹ ਆਪਾਂ ਬੰਦਾ ਸਿੰਘ ਬਹਾਦਰ ਲਾਵਾਂਗੇ। ਇਹਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ, ਇਹਦੇ ਵਿੱਚ ਐਗਜ਼ਾਮੀਨਰ 2-3 ਵਾਰੀ ਕਨਫਿਊਜ਼ ਕਰ ਚੁੱਕਿਆ ਵਾ। ਸੋ ਅਫੀਸ਼ੀਅਲ ਆਨਸਰ ਕੀ ਦੇ ਅਕੋਰਡਿੰਗ ਵੀ ਆਪਣਾ ਇਹਨਾਂ ਦਾ ਮਹਾਰਾਜਾ ਰਣਜੀਤ ਸਿੰਘ ਕਰੈਕਟ ਬਣਦਾ ਵਾ, ਠੀਕ ਆ। ਕਨਫਿਊਜ਼ ਨਹੀਂ ਹੋਣਾ ਮੋਹਰਾਂ ਦੇ ਵਿੱਚ ਤੇ ਆਪਣੇ ਜੋ ਨਾਨਕਸ਼ਾਹੀ ਕੋਇਨ ਦੇ ਵਿੱਚ ਡਿਫਰੈਂਸ ਕ੍ਰੀਏਟ ਤੁਸੀਂ ਸਮਝਣਾ ਵਾ, ਠੀਕ ਆ। ਹੁਣ ਬੰਦਾ ਸਿੰਘ ਬਹਾਦਰ ਦੇ ਵੱਧਦਾ ਜਦੋਂ ਪ੍ਰਭਾਵ ਹੋਇਆ ਤਾਂ ਮੁਗਲ ਸ਼ਾਸਕ ਜੋ ਸੀ ਨਾ ਬਹਾਦਰ ਸ਼ਾਹ ਉਸ ਟਾਈਮ ਦੇ ਉੱਤੇ ਉਹਦੀ ਆਨ ਨੂੰ ਲਲਕਾਰਿਆ ਗਿਆ। ਮਤਲਬ ਉਹਨੂੰ ਇਹ ਹੋਇਆ ਕਿ ਇਹ ਤਾਂ ਹੁਣ ਸਾਡੇ ਵਿਰੁੱਧ ਬਹੁਤ ਜ਼ਿਆਦਾ ਉਹ ਖੜੇ ਹੋ ਗਏ, ਠੀਕ ਆ। ਤਾਂ ਉਹਨਾਂ ਨੇ ਕੀ ਕੀਤਾ, ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਹਰ ਸ਼ਿਸ਼ ਨੂੰ ਕਤਲ ਕਰਨ ਦੇ ਹੁਕਮ ਦਿੱਤੇ ਵੀ ਜਿਹੜੇ ਵੀ ਗੁਰੂ ਨਾਨਕ ਦੇਵ ਜੀ ਨੂੰ ਮੰਨ ਰਹੇ ਨੇ, ਕਿਉਂਕਿ ਆਪਾਂ ਦੇਖਿਆ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੀਆਂ ਮੋਹਰਾਂ ਜਾਰੀ ਕਰਤੀਆਂ ਸੀਗੀਆਂ ਇਹਨਾਂ ਨੇ। ਸੋ ਉਹਨਾਂ ਨੂੰ ਥੋੜੀ ਦਿੱਕਤ ਹੋਣ ਲੱਗੀ ਵੀ ਹੁਣ ਇਹ ਕਿਤੇ ਆਪਣੇ ਤੇ ਉੱਤੇ ਕਬਜ਼ਾ ਨਾ ਕਰ ਲੈਣ, ਦਿੱਲੀ ਦੇ ਉੱਤੇ ਆ ਕੇ ਕਬਜ਼ਾ ਨਾ ਕਰ ਲੈਣ। ਸੋ ਇਹ ਘਬਰਾ ਗਏ ਸੀ ਉਸ ਟਾਈਮ ਦੇ ਉੱਤੇ। ਹੁਣ ਕੀ ਹੋਇਆ ਜੀ, ਮੁਗਲ ਸੈਨਾ ਵੱਲੋਂ ਜਿਹੜਾ ਮੁਗਲ ਬਾਦਸ਼ਾਹ ਉਸ ਟਾਈਮ ਨਾ ਫਾਰੂਕ ਸ਼ਾਹੀਰ ਸੀਗਾ, ਤਾਂ ਉਹਦੀ ਅਗਵਾਈ ਦੇ ਵਿੱਚ ਅੱਗੇ ਵਧੀ ਸੈਨਾ, ਠੀਕ ਆ, ਉਹਦੀ ਅਗਵਾਈ ਕੀਤੀ। ਤਾਂ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਾਥੀਆਂ ਨੂੰ ਦਸੰਬਰ 1715 ਨੂੰ ਗੁਰਦਾਸ ਨੰਗਲ ਦਾ ਇੱਕ ਕਿਲਾ ਸੀਗਾ, ਠੀਕ ਆ, ਉਹਦੇ ਵਿੱਚ ਲੜਾਈ ਹੋਈ, ਘਮਾਸਾਨ ਯੁੱਧ ਹੋਇਆ। ਬਟ ਉਸ ਟਾਈਮ ਦੇ ਉੱਤੇ ਨਾ ਬਹੁਤ ਜ਼ਿਆਦਾ ਤੁਸੀਂ ਮੰਨ ਲਓ ਕਿ ਉਹਨਾਂ ਕੋਲੇ ਸੈਨਿਕਾਂ ਦੀ ਕਮੀ ਸੀ ਤੇ ਕਾਫੀ ਕਿਉਂਕਿ ਉਹਨਾਂ ਨੇ ਪੂਰੀ ਤਰ੍ਹਾਂ ਗੁਰਦਾਸ ਨੰਗਲ ਦਾ ਜਿਹੜਾ ਕਿਲਾ ਸੀ ਉਹ ਘੇਰ ਲਿਆ ਸੀ ਤੇ ਉਹਦੇ ਵਿੱਚ ਇਹਨਾਂ ਨੂੰ ਸੈਨਿਕਾਂ ਦੀ ਕਮੀ ਹੋਈ, ਰਾਸ਼ਨ ਦੀ ਕਮੀ ਹੋਈ, ਕਾਫੀ ਦਿਨ ਇਹ ਯੁੱਧ ਚੱਲਿਆ ਸੀ। ਉਸ ਯੁੱਧ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੂੰ ਬੰਦੀ ਬਣਾ ਲਿਆ ਤੇ ਉਹਨਾਂ ਦੇ ਸਾਥੀਆਂ ਨੂੰ ਫਿਰ ਉਹਨਾਂ ਨੂੰ ਉੱਥੋਂ ਪੈਦਲ ਤੋਰ ਕੇ ਦੇਖੋ ਲਾਹੌਰ ਲੈ ਕੇ ਗਏ, ਫਿਰ ਉੱਥੋਂ ਦਿੱਲੀ ਲੈ ਕੇ ਗਏ। ਦੇਖੋ ਕਿੰਨਾ ਇਹਨਾਂ ਨੇ ਪੈਦਲ ਤੋਰ ਕੇ ਲੈ ਕੇ ਗਏ। ਫਿਰ ਉਹਨਾਂ ਨੂੰ ਖਵਾਜਾ ਕੁਤਬਉੱਦੀਨ ਬਖਤਿਆਰ ਕਾਜੀ ਜੀ ਦੀ ਦਰਗਾਹ ਤੇ ਲਿਜਾ ਕੇ ਇਸਲਾਮ ਉੱਥੇ ਲੈ ਕੇ ਗਏ ਇਹ, ਠੀਕ ਹੈ ਜੀ। ਸੋ ਇਹਨਾਂ ਨੇ ਇਸਲਾਮ ਜਾਂ ਮੌਤ ਵਿੱਚੋਂ ਇੱਕ ਨੂੰ ਕਬੂਲ ਕਰਨ ਲਈ ਕਿਹਾ ਗਿਆ, ਠੀਕ ਆ। ਸੋ ਇਸ ਟਾਈਮ ਦੇ ਉੱਤੇ ਇਹ ਚੀਜ਼ ਉਹਨਾਂ ਦੇ ਮੂਹਰੇ ਉਹਨਾਂ ਨੇ ਸ਼ਰਤ ਰੱਖੀ। ਦੇਖੋ ਜੀ, ਫਿਰ ਉਹਨਾਂ ਨੇ ਬੰਦਾ ਸਿੰਘ ਬਹਾਦਰ ਨੇ ਕੀ ਕੀਤਾ ਕਿ ਧਰਮ ਬਦਲਣ ਤੋਂ ਇਨਕਾਰ ਕਰਤਾ। ਤਾਂ ਬੰਦਾ ਸਿੰਘ ਬਹਾਦਰ ਦੇ ਪੁੱਤਰ ਸੀ ਉਸ ਟਾਈਮ ਦੇ ਅਜੈ ਸਿੰਘ, ਠੀਕ ਆ, ਤਾਂ ਉਹਦੇ ਟੋਟੇ ਕਰ ਦਿੱਤੇ ਬੰਦਾ ਸਿੰਘ ਬਹਾਦਰ ਦੇ ਸਾਹਮਣੇ। ਦੇਖੋ ਕਿੱਡੀ ਵੱਡੀ ਗੱਲ ਅਗਰ ਆਪਾਂ ਦੇਖੀਏ ਕਿ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ। ਸੋ ਜਿਹੜੇ ਵੀ ਸਿੱਖ ਕੌਮ ਦੇ ਹੋ ਗਏ, ਆਪਣੇ ਜੋ ਵੀ ਆਪਣੇ ਲਾ ਲਓ, ਤੁਸੀਂ ਮੰਨ ਸਕਦੇ ਹੋ ਕਿ ਜਿਹੜੇ ਆਪਣੇ ਜਿੰਨੇ ਵੀ ਉਹ ਸੀਗੇ ਸਾਰਿਆਂ ਨੇ ਇਹਨਾਂ ਨੇ ਬੰਦਾ ਸਿੰਘ ਬਹਾਦਰ ਨੂੰ ਵੀ ਉਸ ਤੋਂ ਬਾਅਦ ਕੀ ਹੋਇਆ ਜੀ, ਟੋਟੇ ਕਰ ਦਿੱਤੇ। ਬੰਦਾ ਸਿੰਘ ਬਹਾਦਰ ਨੂੰ ਵੀ ਤਸੀਹੇ ਦਿੱਤੇ ਗਏ ਤਾਂ ਉਹਨਾਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ। ਦੇਖੋ ਉਹਨਾਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਅਤੇ ਹੱਥ ਅਤੇ ਪੈਰ ਚੀਰ ਦਿੱਤੇ ਗਏ। ਤਾਂ ਉਹਨਾਂ ਨੂੰ ਤੱਤੀਆਂ ਸਲਾਖਾਂ ਲਗਾਈਆਂ ਗਈਆਂ ਤੇ ਸਰੀਰ ਦਾ ਅੰਗ ਕੱਟਿਆ ਗਿਆ। ਤਾਂ ਉਸ ਤੋਂ ਬਾਅਦ 9 ਜੂਨ 1716 ਨੂੰ ਮੁਗਲ ਬਾਦਸ਼ਾਹ ਫਾਰੂਕ ਸ਼ੀਰ ਦੇ ਹੁਕਮਾਂ ਦੇ ਅਧੀਨ ਉਹਨਾਂ ਨੂੰ ਮਤਲਬ ਮੌਤ ਹੋ ਗਈ ਉਹਨਾਂ ਦੀ ਉੱਥੇ, ਠੀਕ ਆ। ਹੁਣ ਦੇਖੋ ਜੀ, ਸ਼ਹੀਦ ਹੋ ਗਏ। ਹੁਣ ਅੱਗੇ ਸੁਣੋ ਤੁਸੀਂ, ਮੈਂ ਇਹਦੇ ਵਿੱਚ ਮੈਂ ਪੇਪਰ ਦੇ ਪੁਆਇੰਟ ਆਫ ਨਾਲ ਦੱਸਦਾ ਤੁਹਾਨੂੰ ਕਿ ਪੇਪਰ ਦੇ ਵਿੱਚ ਕੁਐਸਚਨ ਆਊਗਾ ਕਿ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਨਾਮ ਅਜੈ ਸਿੰਘ ਸੀ। ਬਿਲਕੁਲ ਅਜੈ ਸਿੰਘ ਸੀ ਤੇ ਇਹਨਾਂ ਨੂੰ ਮਾਰਿਆ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਟੋਟੇ ਕਰਤੇ ਸੀ। ਦੂਜਾ ਕੁਐਸਚਨ ਉਹਦੇ ਵਿੱਚ ਆਊਗਾ ਕਿ ਬੰਦਾ ਸਿੰਘ ਬਹਾਦਰ ਦੀ ਮੌਤ ਕਦੋਂ ਹੋਈ ਸੀ। ਬੰਦਾ ਸਿੰਘ ਬਹਾਦਰ ਦੀ ਮੌਤ ਹੋਈ ਸੀਗੀ 9 ਜੂਨ 1716 ਈਸਵੀ ਨੂੰ। ਤੀਜੇ ਨੰਬਰ ਦਾ ਕੁਐਸਚਨ ਆਊਗਾ ਕਿ ਕਿਹੜੇ ਮੁਗਲ ਬਾਦਸ਼ਾਹ ਦੇ ਕਹਿਣ ਦੇ ਹੁਕਮਾਂ ਦੇ ਅਧੀਨ ਤੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ। ਤਾਂ ਇਹ ਵੀ ਆਪਣਾ ਕੁਐਸਚਨ ਬਣਦਾ ਵਾ। ਸੋ ਤੁਸੀਂ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਮੋਸਟ ਇੰਪੋਰਟੈਂਟ ਕੁਐਸਚਨ ਬਣਦੇ ਨੇ। PPSC PSSB ਦੇ ਵਿੱਚ ਪੇਪਰ 'ਚ ਕੁਐਸਚਨ ਆ ਚੁੱਕੇ ਨੇ। ਆਹ ਕੁਐਸਚਨ ਹੁਣੇ ਰੀਸੈਂਟਲੀ PSSB ਕਲਰਕ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕਿਆ ਇੱਕ ਸ਼ਿਫਟ ਦੇ ਵਿੱਚ ਕਿ ਬੰਦਾ ਸਿੰਘ ਬਹਾਦਰ ਜੀ ਕਦੋਂ ਸ਼ਹੀਦ ਹੋਏ ਸੀ, ਠੀਕ ਹੈ, 9 ਜੂਨ 1716 ਈਸਵੀ ਨੂੰ। ਨੈਕਸਟ, ਸੋ ਸਾਲ ਹੀ ਪੁੱਛਣਗੇ, ਜ਼ਿਆਦਾ ਦਿਨ ਘੱਟ ਪੁੱਛਦੇ ਹੁੰਦੇ ਨੇ, ਠੀਕ ਆ। ਸੋ ਦਿਨ ਦੇ ਵਿੱਚ ਕਿਉਂਕਿ ਦਿਨ ਥੋੜੇ ਬਹੁਤ ਅਗਰ ਆਪਾਂ ਗੱਲ ਕਰੀਏ ਨਾ ਹਿਸਟਰੀ ਦੇ ਵਿੱਚ ਇਦਾਂ ਚੱਲਦਾ ਹੁੰਦਾ ਕਿ ਦਿਨ ਦੀ ਅਲੱਗ-ਅਲੱਗ ਸੋਰਸਸ ਦੇ ਵਿੱਚ ਤੁਹਾਨੂੰ ਦਿਨ ਅਲੱਗ-ਅਲੱਗ ਮਿਲਣਗੇ। ਸੋ ਤੁਸੀਂ ਕੋਸ਼ਿਸ਼ ਕਰਨੀ ਆ ਕਿ ਸਾਲ ਜ਼ਿਆਦਾਤਰ ਯਾਦ ਰੱਖਣੇ ਆ, ਪਰ ਕੁਝ ਜਿਹੜੇ ਆਪਣੇ ਹਿਸਟਰੀ ਦੇ ਮਾਡਰਨ ਹਿਸਟਰੀ ਦੇ ਇਵੈਂਟ ਹੋਏ ਸੀ ਉਹਦੇ ਵਿੱਚ ਤੁਸੀਂ ਦਿਨ ਵੀ ਯਾਦ ਰੱਖਣੇ ਆ ਕਿਉਂਕਿ ਕਈ ਵਾਰ ਨਾ ਉਹ ਦਿਨ ਪੁੱਛ ਲੈਂਦੇ ਨੇ, ਠੀਕ ਹੈ ਜੀ। ਹੁਣ ਬੰਦਾ ਸਿੰਘ ਬਹਾਦਰ ਉਸ ਤੋਂ ਬਾਅਦ ਹੁਣ ਆਪਾਂ ਦੇਖੋ ਜੀ, ਬੰਦਾ ਸਿੰਘ ਬਹਾਦਰ ਦਾ ਏਰੀਆ ਖਤਮ ਹੋ ਗਿਆ ਉਸ ਟਾਈਮ ਦੇ ਉੱਤੇ। ਫਿਰ ਉਸ ਟਾਈਮ ਜੀ ਹੁਣ ਜੀ ਬੰਦਾ ਸਿੰਘ ਬਹਾਦਰ ਦੀ ਮੌਤ ਮਗਰੋਂ ਕੀ ਹੋਇਆ ਜੀ, ਉਸ ਤੋਂ ਬਾਅਦ ਸਿੱਖਾਂ ਕੋਲ ਯੋਗ ਅਗਵਾਈ ਦੀ ਕਮੀ ਰਹੀ। ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ, ਮੁਗਲ ਸਲਤਨਤ ਦੇ ਖਿਲਾਫ ਜਿਹੜਾ ਛਿੜਿਆ ਸੰਘਰਸ਼ ਜਿਹੜਾ ਸੀ ਉਹ ਲੋਕ ਲਹਿਰ ਦਾ ਰੂਪ ਲੈ ਗਿਆ ਸੀ
ਸਿੱਖ ਸੈਨਿਕਾਂ ਨੇ ਅੰਮ੍ਰਿਤਸਰ ਉੱਪਰ ਆਪਣਾ ਕਬਜ਼ਾ ਕਰ ਲਿਆ ਤੇ ਇਸ ਨੂੰ ਸਿੱਖੀ ਗਤੀਵਿਧੀਆਂ ਦਾ ਕੇਂਦਰ ਬਣਾ ਲਿਆ। ਠੀਕ ਹੈ ਜੀ। ਉਸ ਟਾਈਮ ਦੇ ਉੱਤੇ ਫਿਰ ਉਸ ਤੋਂ ਬਾਅਦ ਇੱਕ ਵਾਰ ਤਾਂ ਮੁਗਲ ਬਾਦਸ਼ਾਹ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ ਉੱਪਰ ਹੋ ਗਏ ਸੀ ਤੇ ਉਸ ਤੋਂ ਬਾਅਦ ਸਿੱਖ ਸੰਗਤ ਇਕੱਠੀ ਹੋ ਗਈ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹਦੇ ਵਿੱਚ ਆਪਣਾ ਰਾਜ ਸਥਾਪਿਤ ਕੀਤਾ ਜਾਵੇ, ਜਿਹੜਾ ਕਿ ਬੰਦਾ ਸਿੰਘ ਬਹਾਦਰ ਜੀ ਨੇ ਲਿਖਿਆ ਸੀ। ਫਿਰ ਕੀ ਹੋਇਆ ਜੀ, ਹਰਮੰਦਰ ਸਾਹਿਬ ਦਾ ਕੰਮਕਾਜ ਲੈਣ ਲਈ ਭਾਈ ਮਨੀ ਸਿੰਘ ਜੀ ਨੂੰ ਨਿਯੁਕਤ ਕੀਤਾ ਗਿਆ। ਠੀਕ ਹੈ ਜੀ। ਸੋ ਫਿਰ ਕੀ ਹੋਇਆ ਜੀ, ਸਿੱਖਾਂ ਨੇ ਆਪਣੇ ਜਾਤੀ ਮਸਲੇ ਹੱਲ ਕਰਨ ਦੀ ਇੱਕ ਨਵੀਂ ਰਵਾਇਤ ਇਹਨਾਂ ਨੇ ਆਰੰਭ ਲਈ। ਉਹਨਾਂ ਨੇ ਕੀ ਕੀਤਾ ਜੀ ਕਿ ਜਿਹੜੇ ਇਹ ਸਾਡੇ ਜਿੰਨੇ ਵੀ ਮਸਲੇ ਹੋਣਗੇ, ਜੋ ਵੀ ਮਸਲਾ ਹੋਊਗਾ ਸਿੱਖ ਕੌਮ ਨੂੰ ਰਿਲੇਟਡ, ਤਾਂ ਉਹ ਅੰਮ੍ਰਿਤਸਰ ਵਿੱਚ ਵਿਸਾਖੀ ਅਤੇ ਦੀਵਾਲੀ ਮੌਕੇ ਇੱਕ ਇਕੱਠ ਹੋਊਗਾ, ਉਹਦੇ ਵਿੱਚ ਵਿਚਾਰਿਆ ਜਾਊਗਾ। ਠੀਕ ਹੈ ਜੀ। ਇਹਨਾਂ ਸੰਗਠਨਾਂ ਨੂੰ ਉਸ ਤੋਂ ਬਾਅਦ ਸਰਬੱਤ ਖਾਲਸਾ ਦਾ ਨਾਮ ਦਿੱਤਾ ਗਿਆ। ਠੀਕ ਹੈ। ਇਹ ਵੀ ਤੁਸੀਂ ਉਹ ਕਰਨਾ ਵਾ ਕਿ ਇਹਨਾਂ ਸੰਗਠਨਾਂ ਨੂੰ ਉਸ ਸਮੇਂ ਸਰਬੱਤ ਖਾਲਸਾ ਦਾ ਨਾਮ ਦਿੱਤਾ ਗਿਆ। ਸਰਬੱਤ ਖਾਲਸਾ ਦਾ ਮਤਲਬ ਹੁੰਦਾ ਕਿ ਅਮਲੀ ਰੂਪ ਵਿੱਚ ਤਾਕਤ ਬਣ ਕੇ ਉੱਭਰਨਾ, ਤੇ ਉਹਨਾਂ ਦੇ ਜਥੇਦਾਰ ਨਿਯੁਕਤ ਕੀਤੇ ਇਹਨਾਂ ਨੇ। ਠੀਕ ਹੈ। ਉਸ ਟਾਈਮ ਦੇ ਉੱਤੇ ਹੁਣ ਮੈਂ ਤੁਹਾਨੂੰ ਅੱਗੇ ਸਮਝਾਉਣਾ, ਬਹੁਤ ਇੰਪੋਰਟੈਂਟ ਬਣਦੇ ਨੇ ਕੱਲਾ ਕੱਲਾ ਪੁਆਇੰਟ। 1733 ਦੇ ਵਿੱਚ ਕੀ ਹੋਇਆ ਜੀ, ਮੁਗਲ ਨਵਾਬ ਜਿਹੜਾ ਸੀ ਜ਼ਕਰੀਆ ਖਾਨ, ਜਦੋਂ ਤਾਕਤ ਤੇ ਸਿੱਖਾਂ ਨੂੰ ਦਬਾ ਨਹੀਂ ਸਕਿਆ ਸੀਗਾ, ਜਦੋਂ ਉਹਨੂੰ ਲੱਗਿਆ ਕਿ ਬਹੁਤ ਜ਼ਿਆਦਾ ਇਹਦਾ ਵੱਧ ਰਿਹਾ ਵਾ ਹਜੂਮ ਇਹਨਾਂ ਦਾ, ਜਦੋਂ ਕਿ ਬਹੁਤ ਜ਼ਿਆਦਾ ਇਕੱਠ ਹੋ ਰਿਹਾ, ਤਾਂ ਉਹਨੇ ਕੀ ਕੀਤਾ ਜੀ, ਆਪਣੀਆਂ ਕੁਝੀਆਂ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰਤੀਆਂ। ਤਾਂ ਉਹਨੇ ਸਿੱਖਾਂ ਨੂੰ ਜਾਗੀਰ ਦਿੱਤੀ ਅਤੇ ਉਹਨਾਂ ਦੇ ਮੁਖੀਆ ਨੂੰ ਨਵਾਬ ਦੀ ਉਪਾਧੀ, ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਕਿ ਇਹਨਾਂ ਦੇ ਜੋ ਨਵਾਬ ਦੀ ਉਪਾਧੀ ਕੌਣ ਦੇ ਰਿਹਾ ਸੀ ਉਸ ਟਾਈਮ ਦੇ ਉੱਤੇ। ਸੋ ਆਪਣੇ ਸਾਜ਼ਿਸ਼ ਦੇ ਨਾਲ ਇਹਨਾਂ ਨੂੰ ਕਰਨ ਲੱਗ ਗਿਆ ਇਹ। ਸੋ ਨਵਾਬ ਜ਼ਕਰੀਆ ਖਾਨ ਸੀ ਉਸ ਟਾਈਮ ਦੇ ਉੱਤੇ ਮੁਗਲ ਨਵਾਬ, ਜਿਹਨੇ ਕਿ ਨਵਾਬ ਦੀਆਂ ਉਪਾਧੀਆਂ ਦੇਣੀਆਂ ਸ਼ੁਰੂ ਕਰਤੀਆਂ ਜਿਹੜੇ ਸਿੱਖ ਦੇ ਜੋ ਜਥੇਦਾਰ ਸੀਗੇ। ਸੋ ਅੱਗੇ ਕੀ ਕੀਤਾ, ਸਰਬੱਤ ਖਾਲਸਾ ਨੇ ਕੀ ਕੀਤਾ ਜੀ, ਕਪੂਰ ਸਿੰਘ ਨੂੰ ਮੁਖੀ ਬਣਾ ਲਿਆ। ਠੀਕ ਆ। ਕਪੂਰ ਸਿੰਘ ਨੂੰ ਜ਼ਕਰੀਆ ਖਾਨ ਨੇ ਕੀ ਕੀਤਾ, ਜਦੋਂ ਸਰਬੱਤ ਖਾਲਸਾ ਦੇ ਮੁਖੀ ਕਪੂਰ ਸਿੰਘ ਜੀ ਬਣੇ, ਠੀਕ ਹੈ, ਜ਼ਕਰੀਆ ਖਾਨ ਨੇ ਉਹਨਾਂ ਨੂੰ ਨਵਾਬ ਦੀ ਉਪਾਧੀ ਦਿੱਤੀ, ਤਾਂ ਜਿਹਦੇ ਕਰਕੇ ਆਪਾਂ ਅੱਜ ਵੀ ਉਹਨਾਂ ਨੂੰ ਨਵਾਬ ਕਪੂਰ ਸਿੰਘ ਦੇ ਨਾਮ ਨਾਲ ਜਾਣਦੇ ਹਾਂ। ਠੀਕ ਹੈ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ। ਉਸ ਤੋਂ ਬਾਅਦ ਨਵਾਬ ਕਪੂਰ ਸਿੰਘ ਨੇ ਕੀ ਕੀਤਾ ਜੀ, ਜਿਹੜੇ ਸਿੱਖ ਸੈਨਿਕ ਸੀ ਉਹਨੂੰ ਦੋ ਭਾਗਾਂ ਦੇ ਵਿੱਚ ਵੰਡਤਾ, ਇੱਕ ਬੁੱਢਾ ਦਲ, ਇੱਕ ਤਰਨਾ ਦਲ। ਠੀਕ ਹੈ ਜੀ। ਬੁੱਢਾ ਦਲ ਕੀ ਸੀ, ਬੁੱਢਾ ਦਲ ਦੇ ਵਿੱਚ ਵਡੇਰੀ ਉਮਰ ਦੇ ਜੋ ਸੀਗੇ ਆਪਣੇ ਸਿੱਖ ਸਿਪਾਹੀ ਉਹ ਸੀਗੇ, ਤੇ ਤਰਨਾ ਦਲ ਦੇ ਵਿੱਚ ਨੌਜਵਾਨ ਫੌਜੀ ਸ਼ਾਮਲ ਕੀਤੇ। ਬੁੱਢਾ ਦਲ ਕੀ ਕਰਦਾ ਸੀ, ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰਦਾ ਸੀ, ਤੇ ਤਰੁਣਾ ਦਲ ਨੂੰ ਸਹੀ ਅਗਵਾਈ ਅਤੇ ਸਿਖਲਾਈ ਵੀ ਦਿੰਦਾ ਸੀ। ਜਦੋਂ ਕਿ ਤਰੁਣਾ ਦਲ ਜਿਹੜਾ ਸੀ ਉਹਦਾ ਕੰਮ ਸਿਰਫ ਫੌਜੀ ਹਮਲੇ ਜਿਹੜੇ ਹੁੰਦੇ ਨੇ ਉਹਨੂੰ ਨਜਿੱਠਣਾ ਸੀ। ਹੁਣ ਇਹਦੇ ਵਿੱਚ ਮੇਨ ਤੁਹਾਡੇ ਅਗਰ ਮੈਂ ਯਾਦ ਕਰਨ ਵਾਲੀ ਚੀਜ਼ ਦੱਸਾਂ ਕਿ ਕੀ ਆ, ਇੱਕ ਤਾਂ ਆਊਗਾ ਕਿ ਕਪੂਰ ਦੀ ਉਪਾਧੀ ਕਿਹਨੇ ਦਿੱਤੀ, ਕਪੂਰ ਸਿੰਘ ਨੂੰ ਨਵਾਬ ਦੀ ਉਪਾਧੀ ਕਿਹਨੇ ਦਿੱਤੀ। ਸੋ ਇਹਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ, ਨਵਾਬ ਜ਼ਕਰੀਆ ਖਾਨ ਨੇ ਦਿੱਤੀ ਸੀ, ਤੇ ਜਿਹੜੀ ਸੰਪੂਰਨ ਸੈਨਾ ਸੀ ਉਹਨੂੰ ਨਵਾਬ ਕਪੂਰ ਸਿੰਘ ਨੇ ਦੋ ਭਾਗਾਂ 'ਚ ਵੰਡਿਆ ਸੀ, ਬੁੱਢਾ ਦਲ ਤੇ ਤਰਨਾ ਦਲ। ਸੋ ਬੁੱਢਾ ਦਲ ਤੇ ਤਰਨਾ ਦਲ ਦੇ ਵਿੱਚ ਕੀ ਸੀ ਉਹ ਵੀ ਤੁਸੀਂ ਯਾਦ ਕਰਨਾ ਕਿ ਇਹਨਾਂ ਦੀ ਅਗਵਾਈ ਕੌਣ ਕਰਦਾ ਸੀ ਤੇ ਫੌਜੀ ਹਮਲਿਆਂ ਦੀ ਅਗਵਾਈ ਕੌਣ ਕਰਦਾ ਸੀ। ਇੰਪੋਰਟੈਂਟ ਕੁਐਸਚਨ ਬਣਦੇ ਆ, ਮੋਸਟ ਇੰਪੋਰਟੈਂਟ। ਹੁਣ ਕੀ ਹੋਇਆ ਜੀ, ਉਸ ਤੋਂ ਬਾਅਦ ਨਵਾਬ ਕਪੂਰ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ ਨੇ ਕੀ ਕੀਤਾ, ਕਿਉਂਕਿ ਜੱਸਾ ਸਿੰਘ ਆਹਲੂਵਾਲੀਆ ਬਹੁਤ ਹੀ ਇੰਪੋਰਟੈਂਟ ਪਰਸਨੈਲਿਟੀ ਮੰਨਦੇ ਨੇ ਸਿੱਖ ਕੌਮ ਦੇ ਵਿੱਚ। ਅੱਗੇ ਆਪਾਂ ਇਹਨਾਂ ਬਾਰੇ ਥੋੜਾ ਜਿਹਾ ਪੜਾਂਗੇ ਵੀ। ਜੱਸਾ ਸਿੰਘ ਆਹਲੂਵਾਲੀਆ ਨੂੰ ਆਪਾਂ ਇੱਕ ਕੁਐਸਚਨ ਆਉਂਦਾ ਵਾ ਪੇਪਰ 'ਚ, ਸੁਲਤਾਨ ਉਲ ਕੌਮ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ। ਠੀਕ ਆ। ਸੁਲਤਾਨ ਉਲ ਕੌਮ ਦੇ ਨਾਮ ਦੇ ਨਾਲ ਕਿਹਨੂੰ ਜਾਣਦੇ ਆ, ਜੱਸਾ ਸਿੰਘ ਆਹਲੂਵਾਲੀਆ ਨੂੰ। ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਬਣੇਗਾ ਇਹ ਕਿ ਸੁਲਤਾਨ ਉਲ ਕੌਮ ਕਿਹਨੂੰ ਕਿਹਾ ਜਾਂਦਾ। ਇਹਦੇ ਵਿੱਚ ਤੁਹਾਨੂੰ ਕਨਫਿਊਜ਼ ਕਰਨ ਲਈ ਜੱਸਾ ਸਿੰਘ ਰਾਮਗੜੀਆ ਵੀ ਨਾਲ ਦੇਣਗੇ, ਬਟ ਤੁਸੀਂ ਕਨਫਿਊਜ਼ ਨਹੀਂ ਹੋਣਾ, ਆਹਲੂਵਾਲੀਆ ਯਾਦ ਰੱਖ ਲਿਓ, ਤੁਹਾਨੂੰ ਹੋ ਜਾਏਗਾ। ਤੋ ਜ਼ਕਰੀਆ ਖਾਨ ਨੇ ਕੀ ਕੀਤਾ ਜੀ, ਇਸ ਰਵੱਈਏ ਦਾ ਭਰਪੂਰ ਲਾਭ ਲਿਆ ਅਤੇ ਜੱਥਿਆਂ ਨੂੰ ਸੰਪੂਰਨ ਆਜ਼ਾਦੀ ਨਾਲ ਕੰਮ ਕਰਨ ਦੀ ਇਜਾਜ਼ਤ ਮਿਲ ਗਈ। ਹੁਣ ਦੇਖੋ ਜੀ, ਕਿਉਂਕਿ ਜ਼ਕਰੀਆ ਖਾਨ ਕੀ ਕਰ ਰਿਹਾ, ਜ਼ਕਰੀਆ ਖਾਨ ਜ਼ਿਆਦਾਤਰ ਜਿੱਦਾਂ ਨਵਾਬ ਦੀ ਉਪਾਧੀ ਦੇਤੀ ਤੇ ਉਹਨਾਂ ਨੂੰ ਜਗੀਰਾਂ ਵਗੈਰਾ ਦੇਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਉਸ ਤਰ੍ਹਾਂ ਦਾ ਇਹਨਾਂ ਤੋਂ ਲੋਟ ਨਹੀਂ ਸੀ ਆ ਰਹੇ ਸੀ ਉਸ ਟਾਈਮ ਦੇ ਉੱਤੇ। ਸਿੱਖ ਬਹੁਤ ਜ਼ਿਆਦਾ ਲੋਕ ਲਹਿਰ ਬਣ ਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਫੁੱਲਤ ਹੋ ਰਿਹਾ ਸੀ। ਤਾਂ ਉਹਨਾਂ ਨੇ ਕੀ ਸੋਚਿਆ, ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਸੋਚਿਆ ਕਿ ਜ਼ਕਰੀਆ ਖਾਨ ਹੁਣ ਸਾਡੇ ਪ੍ਰਤੀ ਨਰਮ, ਸੋ ਆਪਾਂ ਇਹਦਾ ਫਾਇਦਾ ਚੱਕਿਆ ਜਾਵੇ। ਫਿਰ ਇਹਨਾਂ ਨੇ ਕੀ ਫਾਇਦਾ ਕੀਤਾ, ਕੋਈ ਸੰਧੀ ਵਗੈਰਾ ਹੋਈ ਇਹਨਾਂ ਦੇ ਜ਼ਕਰੀਆ ਖਾਨ ਤੇ ਨਵਾਬ ਕਪੂਰ ਸਿੰਘ ਦੇ ਵਿਚਕਾਰ 1735 ਦੇ ਵਿੱਚ। ਉਸ ਤੋਂ ਪਹਿਲਾਂ ਜਿਹੜੀ ਸੰਧੀ ਹੋਈ ਸੀ ਉਹ ਟੁੱਟ ਗਈ। ਫਿਰ ਸਰਕਾਰ ਨੇ ਜਿਹੜੀਆਂ ਜਾਗੀਰਾਂ ਦਿੱਤੀਆਂ ਸੀ, ਵਾਪਸ ਦਿੱਤੀਆਂ ਸੀ ਸਿੱਖਾਂ ਨੂੰ, ਉਹਦੇ ਤੇ ਦੁਬਾਰੇ ਫੇਰ ਕਬਜ਼ਾ ਕਰ ਲਿਆ ਮੁਗਲਾਂ ਨੇ। ਤਾਂ ਸਰਬੱਤ ਖਾਲਸਾ ਨੂੰ ਵੀ ਇਹਨਾਂ ਨੇ ਗੈਰ ਕਾਨੂੰਨੀ ਘੋਸ਼ਿਤ ਦਿੱਤਾ, ਕਿਉਂਕਿ ਪਹਿਲਾਂ ਇਹਨਾਂ ਨੇ ਜੋ ਸੰਧੀ ਹੋਈ ਸੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਇਹ ਕਰ ਸਕਦੇ ਹੋ ਆਪਣਾ। ਠੀਕ ਆ। ਸੋ ਜ਼ਿਆਦਾ ਪ੍ਰੋਬਲਮ ਕ੍ਰੀਏਟ ਨਹੀਂ ਕਰਦੇ ਸੀ ਇਹ, ਥੋੜੇ ਡਰ ਰਹੇ ਸੀ। ਬਟ ਜਦੋਂ ਇਹਨਾਂ ਦੇ ਵਿੱਚ ਸੰਧੀ ਟੁੱਟ ਗਈ, ਮਨ ਮਟਾਵ ਹੋ ਗਿਆ ਇਹਨਾਂ 'ਚ, ਤਾਂ ਇਹਨੂੰ ਸਰਬੱਤ ਖਾਲਸਾ ਨੂੰ ਗੈਰ ਕਾਨੂੰਨੀ ਬਣਾਤਾ, ਤਾਂ ਇਹਦਾ ਅਸਤਰ ਤੇ ਫਿਰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ, ਮਿਟਾ ਦਿੱਤਾ। ਤਾਂ ਹਰਮੰਦਰ ਸਾਹਿਬ ਦੇ ਜਿਹੜੇ ਪਾਠੀ ਸੀਗੇ, ਠੀਕ ਆ, ਭਾਈ ਮਨੀ ਸਿੰਘ ਜੀ, ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ। ਠੀਕ ਆ। ਤਾਂ ਸਿੱਖਾਂ ਦੇ ਅੰਦਰ ਉਹਦੇ ਨਾਲ ਹੋਰ ਵੀ ਜ਼ਿਆਦਾ ਆਪਣੀ ਲਾ ਲਓ ਕਿ ਲਹਿਰ ਦੌੜ ਗਈ ਕਿ ਇਹ ਤਾਂ ਬਹੁਤ ਜ਼ਿਆਦਾ ਗਲਤ ਹੋ ਰਿਹਾ। ਫਿਰ ਕੀ ਕੀਤਾ ਜੀ ਇਹਨਾਂ ਨੇ ਆਪਣਾ, ਅਗਰ ਆਪਾਂ ਗੱਲ ਕਰੀਏ ਸਿੱਖਾਂ, ਹੁਣ ਦੇਖੋ ਇੱਕ ਹੋਰ ਇੰਪੋਰਟੈਂਟ ਇਵੈਂਟ ਬਣਦਾ ਕਿ ਸਿੱਖਾਂ ਤੋਂ ਬਦਲਾ ਲੈਣ ਲਈ ਨਾਦਰ ਸ਼ਾਹ ਨੇ ਉਸ ਤੋਂ ਬਾਅਦ 1738 'ਚ ਪੰਜਾਬ ਤੇ ਹਮਲਾ ਕਰਤਾ। ਹੁਣ ਦੇਖੋ ਜੀ, ਪੇਪਰ ਦੇ ਵਿੱਚ ਆਪਾਂ ਨੂੰ ਡਾਇਰੈਕਟ ਕੁਐਸਚਨ ਆਊਗਾ, ਨਾਦਰ ਸ਼ਾਹ ਨੇ ਪੰਜਾਬ ਤੇ ਹਮਲਾ ਕਦੋਂ ਕੀਤਾ, 1738। ਇਹ ਡੇਟ ਮੋਸਟ ਇੰਪੋਰਟੈਂਟ ਯਾਦ ਕਰਦੇ ਆ। ਆਪਣੇ ਪੰਜਾਬ ਦੇ ਪੇਪਰਾਂ 'ਚੋਂ 3 ਤੋਂ 4 ਵਾਰ ਇਹ ਕੁਐਸਚਨ ਰਿਪੀਟ ਹੋ ਚੁੱਕਿਆ ਪ੍ਰੀਵੀਅਸ 10 ਸਾਲਾਂ 'ਚ। ਸੋ ਇਹ ਤੁਸੀਂ ਯਾਦ ਕਰਨਾ, ਇਹੋ ਜਿਹੇ ਕੁਐਸਚਨ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ ਡੇਟਸ ਤੇ। ਸੋ ਖਾਲਸੇ ਨੇ ਕੀ ਕੀਤਾ ਜੀ, ਨਾਦਰ ਸ਼ਾਹ ਨੂੰ ਵੀ ਨਹੀਂ ਬਖਸ਼ਿਆ। ਤਾਂ ਉਹਨਾਂ ਨੇ ਨਾਦਰ ਸ਼ਾਹ ਦੁਆਰਾ ਇਕੱਠੇ ਕੀਤੇ ਲੁੱਟ ਦੇ ਮਾਲ ਨੂੰ ਖੋਹ ਲਿਆ। ਠੀਕ ਆ। ਜਾਣ ਤੋਂ ਪਹਿਲਾਂ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਵੀ ਚੇਤਾਵਨੀ ਦੇ ਗਿਆ ਉਹ, ਕਿਉਂਕਿ ਨਾਦਰ ਸ਼ਾਹ ਨੂੰ ਪਤਾ ਲੱਗ ਗਿਆ ਕਿ ਮੈਂ ਤਾਂ ਇਹਨਾਂ ਨੂੰ ਲੁੱਟਣ ਆਇਆ ਸੀ ਤੇ ਇਹਨਾਂ ਤੋਂ ਹਮਲਾ ਕਰਨ ਆਇਆ ਸੀ। ਇਹਨਾਂ ਨੇ ਉਲਟਾ ਜਿਹੜਾ ਮੇਰਾ ਲੁੱਟ ਦਾ ਮਾਲ ਆ, ਜਿਹੜਾ ਮੈਂ ਲੁੱਟ ਕੇ ਲਿਆਇਆ ਸੀਗਾ ਮਾਲ ਸਾਰੇ ਪਾਸੇ, ਉਹ ਵੀ ਮਾਲ ਮੇਰੇ ਤੋਂ ਖੋਹ ਲਿਆ। ਠੀਕ ਆ। ਸੋ ਇੰਨੀ ਜ਼ਿਆਦਾ ਦਹਿਸ਼ਤ ਉਸ ਟਾਈਮ ਦੇ ਉੱਤੇ ਸੀਗੀ ਇਹਨਾਂ ਦੀ। ਜੱਸਾ ਸਿੰਘ ਆਹਲੂਵਾਲੀਆ ਤੇ ਨਵਾਬ ਕਪੂਰ ਸਿੰਘ ਉਸ ਟਾਈਮ ਦੇ ਉੱਤੇ ਲੀਡ ਕਰ ਰਹੇ ਸੀਗੇ।
ਤਾਂ ਜ਼ਕਰੀਆ ਖਾਨ ਨੂੰ ਜਾਂਦਾ ਜਾਂਦਾ ਨਾਦਰ ਸ਼ਾਹ ਕੀ ਕਹਿੰਦਾ ਜੀ ਜੇਕਰ ਉਸਨੇ ਇਹਨਾਂ ਲੜਾਕੂਆਂ ਨੂੰ ਖਤਮ ਨਾ ਕੀਤਾ ਤਾਂ ਇੱਕ ਦਿਨ ਉਹ ਆਪਦਾ ਰਾਜ ਭਾਗ ਖੋ ਦੇਣਗੇ। ਠੀਕ ਆ, ਸੋ ਉਹਨੂੰ ਵੀ ਡਰਾ ਕੇ ਗਿਆ ਸੀ, ਜਾਨਲੇਵਾ ਚੇਤਾਵਨੀ ਦੇ ਕੇ ਗਿਆ ਵੀ ਤੂੰ ਇਹਨਾਂ ਤੋਂ ਬਚ ਕੇ ਸੰਭਲ ਕੇ ਰਹੀਂ, ਇਹ ਬਹੁਤ ਖਤਰਨਾਕ ਕੌਮ ਆ। ਠੀਕ ਆ ਜੀ, ਸੋ ਅੱਗੇ ਕੀ ਹੋਇਆ ਜੀ ਫਿਰ ਹੁਣ ਜੀ ਜ਼ਕਰੀਆ ਖਾਨ ਨੇ ਕੀ ਕੀਤਾ ਜੀ, ਨਾਦਰ ਸ਼ਾਹ ਦੀ ਚੇਤਾਵਨੀ ਨੂੰ ਯਾਦ ਰੱਖਿਆ। ਠੀਕ ਆ, ਜ਼ਕਰੀਆ ਖਾਨ ਨੇ ਉਹਨੇ ਖਾਲਸਾ ਦੁਆਰਾ ਬਣਾਈ ਕੱਚੀ ਗੜੀ ਢਾਤੀ। ਠੀਕ ਆ ਜੀ, ਜ਼ਕਰੀਆ ਖਾਨ ਨੇ ਦੇਖੋ ਉਹਦੀਆਂ ਗੱਲਾਂ ਦੇ ਵਿੱਚ ਆ ਕੇ ਫਿਰ ਹੋਰ ਖਿਲਾਫ ਹੋ ਗਿਆ ਜ਼ਕਰੀਆ ਖਾਨ। ਲਾਹੌਰ ਦੀ ਘੋੜਾ ਮੰਡੀ ਜਿਹਨੂੰ ਕਿ ਅੱਜ ਸ਼ਹੀਦਗੰਜ ਕਹਿੰਦੇ ਨੇ, ਠੀਕ ਆ, ਵਿਖੇ ਹਜ਼ਾਰਾਂ ਸਿੱਖਾਂ ਨੂੰ ਦਾ ਸਿਰ ਜ਼ਕਰੀਆ ਖਾਨ ਦੁਆਰਾ ਵੱਢ ਦਿੱਤਾ ਗਿਆ, ਸ਼ਹੀਦ ਕਰਤਾ ਇਹਨਾਂ ਨੇ। ਤਾਂ 1745 ਦੇ ਵਿੱਚ ਕੀ ਹੋਇਆ ਜੀ, ਜ਼ਕਰੀਆ ਖਾਨ ਦੀ ਮੌਤ ਹੋ ਗਈ। ਠੀਕ ਆ, ਪੇਪਰ ਦੇ ਵਿੱਚ ਕੁਐਸਚਨ ਇਹ ਵੀ ਆ ਸਕਦਾ ਕਿ ਜ਼ਕਰੀਆ ਖਾਨ ਦੀ ਮੌਤ ਕਦੋਂ ਹੋਈ ਸੀ, 1745 'ਚ। ਉਹਨਾਂ ਦਾ ਪੁੱਤਰ ਸੀ ਜੀ ਯਹੀਆ ਖਾਨ। ਠੀਕ ਆ, ਜ਼ਕਰੀਆ ਖਾਨ ਦਾ ਪੁੱਤਰ ਕੌਣ ਸੀ, ਯਹੀਆ ਖਾਨ। ਯਹੀਆ ਖਾਨ ਨੇ ਜੀ ਕਮਾਨ ਸੰਭਾਲ ਲਈ ਤਾਂ ਸਿੱਖਾਂ ਪ੍ਰਤੀ ਜ਼ਾਲਮਾਨਾ, ਉਹ ਵੀ ਬਹੁਤ ਜ਼ਾਲਮ ਸੀ ਯਹੀਆ ਖਾਨ ਵੀ, ਮਤਲਬ ਉਹ ਵੀ ਨਰਮ ਰਵੱਈਆ ਨਹੀਂ ਸੀ ਅਪਣਾਇਆ। ਤਾਂ ਉਹਨੇ ਕੀ ਕੀਤਾ, ਲਾਹੌਰ ਦੇ ਦੀਵਾਨ ਜਿਹੜਾ ਸੀਗਾ ਲਖਪਤ ਰਾਏ ਦੇ ਭਰਾ ਜਸਪਤ ਰਾਏ ਦੀ 1740 ਦੇ ਵਿੱਚ ਸਿੱਖਾਂ ਦੇ ਹੱਥੋਂ ਮੌਤ ਹੋਈ ਸੀ, ਉਹਨੂੰ ਹੋਰ ਵੀ ਭੜਕਾਤਾ, ਕਿਉਂਕਿ ਲਾਹੌਰ ਦਾ ਉਸ ਟਾਈਮ ਦੇ ਉੱਤੇ ਦੀਵਾਨ ਕੌਣ ਸੀ, ਲਖਪਤ ਰਾਏ, ਯਾਦ ਕਰਨਾ। ਉਹਦਾ ਇੱਕ ਭਰਾ ਸੀ ਜਸਪਤ ਰਾਏ, ਉਹਨੂੰ ਸਿੱਖਾਂ ਨੇ ਮਾਰ ਦਿੱਤਾ ਸੀ 1740 ਦੇ ਵਿੱਚ। ਸੋ ਉਹ ਮਨ ਦੇ ਵਿੱਚ ਵੀ, ਉਹਦੇ ਮਨ ਦੇ ਵਿੱਚ ਵੀ ਇਹ ਚੀਜ਼ ਰਹੀ ਕਿ ਮੇਰੇ ਭਰਾ ਨੂੰ ਮਾਰਿਆ ਵਾ। ਸੋ ਉਹਦੇ ਨਾਲ ਹੋਰ ਵੀ ਇਹ ਜਿਹੜੀ ਲਹਿਰ ਸੀ ਇਹ ਫੈਲ ਗਈ ਸੀ, ਇਹਦੇ ਵਿਰੁੱਧ ਗੁੱਸਾ ਹੋਰ ਜ਼ਿਆਦਾ ਵੱਧ ਗਿਆ ਸੀ। ਹੁਣ ਕੀ ਹੋਇਆ ਜੀ ਅੱਗੇ, ਇੱਕ ਵੱਡੀ ਸੈਨਾ ਨਾਲ ਜਦੋਂ ਨਾ 1746 ਦੇ ਵਿੱਚ ਗੁਰਦਾਸਪੁਰ ਦੇ ਨੇੜੇ ਮੁਗਲਾਂ ਨੇ ਕੀ ਕੀਤਾ ਜੀ, ਮੁਗਲਾਂ ਨੇ ਨਾ ਗੁਰਦਾਸਪੁਰ ਨੇੜੇ ਕਾਹਨੂੰਵਾਲਾ ਵਿਖੇ ਹਮਲਾ ਕਰਕੇ 7000 ਤੋਂ ਵੱਧ ਸਿੱਖਾਂ ਨੂੰ ਮਾਰਤਾ, ਜਿਹਨੂੰ ਕਿ ਛੋਟਾ ਘੱਲੂਘਾਰਾ ਕਿਹਾ ਜਾਂਦਾ ਵਾ। ਸੋ ਇਹ ਬਹੁਤ ਦੁਖਦ ਘਟਨਾ ਸੀ ਉਸ ਟਾਈਮ ਦੇ ਉੱਤੇ, ਬਹੁਤ ਸਿੱਖ ਮਾਰੇ ਗਏ ਸੀ ਉਸ ਟਾਈਮ ਦੇ ਉੱਤੇ। ਸੋ ਮੁਗਲਾਂ ਨੇ ਹਮਲਾ ਕੀਤਾ ਸੀ ਇਹਨਾਂ ਦੇ ਉੱਤੇ। ਠੀਕ ਹੈ, ਨਹੱਥਿਆਂ ਦੇ ਉੱਤੇ ਵੀ ਹਮਲਾ ਕਰਕੇ ਇਹਨਾਂ ਨੇ ਕਿਸੇ ਨੂੰ ਵੀ ਨਹੀਂ ਸੀ ਬਖਸ਼ਿਆ। ਤਾਂ ਹੁਣ ਇੱਕ ਚੀਜ਼ ਹੋਰ ਤੁਸੀਂ ਯਾਦ ਰੱਖਣੀ ਆ, ਇਹਦੇ ਵਿੱਚ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਕੀ ਇੰਪੋਰਟੈਂਟ ਆ। ਪੇਪਰ 'ਚ ਕੁਐਸਚਨ ਆਊਗਾ ਛੋਟਾ ਘੱਲੂਘਾਰਾ ਕਦੋਂ ਹੋਇਆ ਸੀ, 1746 'ਚ। ਕਿੱਥੇ ਹੋਇਆ ਸੀ, ਗੁਰਦਾਸਪੁਰ ਨੇੜੇ ਕਾਹਨੂੰਵਾਲਾ ਵਿਖੇ। ਠੀਕ ਹੈ ਜੀ, ਇਹ ਯਾਦ ਕਰਨਾ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ। PPSC ਤੇ PSSB ਦੇ ਵਿੱਚ ਬਹੁਤ ਵਾਰ ਪੇਪਰ ਦੇ ਵਿੱਚ ਕੁਐਸਚਨ ਰਿਪੀਟ ਹੋ ਚੁੱਕਿਆ ਵਾ। ਹੁਣ ਜੀ ਜਨਵਰੀ 1948 'ਚ ਕੀ ਹੋਇਆ, ਅਫਗਾਨਿਸਤਾਨ ਦਾ ਨਵਾਂ ਸ਼ਾਸਕ ਸੀ ਉਸ ਟਾਈਮ ਦੇ ਅਹਿਮਦ ਸ਼ਾਹ ਅਬਦਾਲੀ। ਦੇਖੋ ਜੀ, ਹੁਣ ਅਹਿਮਦ ਸ਼ਾਹ ਅਬਦਾਲੀ ਜਿਹੜਾ ਅਫਗਾਨਿਸਤਾਨ ਸੀ, ਉਹਨੇ ਕੀ ਕੀਤਾ ਜੀ, ਯਹੀਆ ਖਾਨ ਦਾ ਜਿਹੜਾ ਭਰਾ ਸੀ ਉਹਦਾ ਸ਼ਾਹ ਨਵਾਜ਼ ਸੀ, ਕਿਉਂਕਿ ਇਹ ਜਦੋਂ ਉਲਟ ਹੋ ਜਾਂਦੇ ਸੀ ਨਾ ਇੱਕ ਦੂਜੇ ਦੇ, ਜਿਵੇਂ ਮੰਨ ਲਓ ਸਪੋਜ਼ ਕਰ ਲਓ ਕਿਸੇ ਨੂੰ ਗੱਦੀ ਚਾਹੀਦਾ, ਮੰਨ ਲਓ ਯਹੀਆ ਖਾਨ ਦੇ ਭਰਾ ਸ਼ਾਹ ਨਵਾਜ਼ ਨੂੰ ਗੱਦੀ ਚਾਹੀਦੀ ਆ, ਤਾਂ ਉਹ ਕੀ ਕਰਦਾ ਹੁੰਦਾ ਸੀਗਾ ਨਾ, ਉਹ ਵਾਲਾ ਬੰਦਾ ਦੇਖਦਾ ਸੀ ਕਿ ਜਿਵੇਂ ਅਫਗਾਨਿਸਤਾਨ ਦਾ ਕੋਈ ਸ਼ਾਸਕ ਆ ਜਾਂ ਆਸੇ-ਪਾਸੇ ਕੋਈ ਸ਼ਾਸਕ ਆ, ਉਹਨੂੰ ਇਨਵਾਈਟ ਕਰ ਦਿੰਦਾ ਹੁੰਦਾ ਸੀ ਆ ਕੇ ਕਿ ਆਜਾ ਤੂੰ ਆਜਾ ਪੰਜਾਬ ਦੇ ਉੱਤੇ ਹਮਲਾ ਕਰ। ਹੁਣ ਇਸ ਟਾਈਮ ਦੇ ਉੱਤੇ ਪੰਜਾਬ ਦੇ ਉੱਤੇ ਮੁਗਲ ਸ਼ਾਸਕ ਜਾਂ ਕੋਈ ਵੀ ਸ਼ਾਸਕ ਜਿਹੜਾ ਰੂਲ ਕਰ ਰਿਹਾ ਉਹ ਕਮਜ਼ੋਰ ਆ, ਤੂੰ ਆ ਕੇ ਇਹਨਾਂ ਦੇ ਉੱਤੇ ਹਮਲਾ ਕਰ ਤੇ ਇਹਨਾਂ ਨੂੰ ਹਰਾ। ਤੇ ਉਹਦਾ ਮਕਸਦ ਇਹੀ ਹੁੰਦਾ ਸੀ ਕਿ ਉਸ ਤੋਂ ਬਾਅਦ ਮੈਨੂੰ ਨਵਾਬ ਮਿਲ ਜਾਵੇ ਤੇ ਉਹ ਸਾਰਾ ਕੁਝ ਮੈਨੂੰ ਜਿਹੜਾ ਰਾਜਪਾਠ ਉਹਨੂੰ ਮਿਲਿਆ ਹੋਇਆ ਉਹਨੂੰ ਮਾਰ ਦੂਗਾ, ਤੇ ਬਾਅਦ ਵਿੱਚ ਸ਼ਰਤ ਰੱਖ ਦਿੰਦਾ ਸੀ ਕਿ ਮੈਨੂੰ ਇਹ ਗੱਦੀ ਦਿੱਤੀ ਜਾਵੇ। ਦੇਖੋ ਫਿਰ ਕੀ ਹੋਇਆ, ਲਾਹੌਰ ਦੀ ਲੁੱਟ ਖਸੁੱਟ ਤੋਂ ਬਾਅਦ ਅਬਦਾਲੀ ਨੇ ਕੀ ਕੀਤਾ, ਹੁਣ ਅਬਦਾਲੀ ਨੂੰ ਬੁਲਾਉਣਾ ਬਹੁਤ ਖਤਰਨਾਕ ਸੀਗਾ। ਠੀਕ ਆ, ਅਬਦਾਲੀ ਨੇ ਬਹੁਤ ਜ਼ਿਆਦਾ ਇੱਥੇ ਆਪਣੇ ਇੰਡੀਆ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਲੁੱਟ ਖਸੁੱਟ ਕੀਤੀ। ਆਪਾਂ ਪੜਾਂਗੇ ਕਿ 1761 ਦੇ ਵਿੱਚ ਆਪਾਂ ਦੇਖਾਂਗੇ ਕਿ 1761 ਦੇ ਵਿੱਚ ਵੀ ਹਮਲਾ ਜਿਹੜਾ ਪਾਣੀਪਤ ਦੀ ਲੜਾਈ ਹੋਈ ਸੀ ਉਹਦੇ ਵਿੱਚ ਵੀ ਬਹੁਤ ਕੁਛ ਇਹਨੇ ਬਹੁਤ ਜ਼ਿਆਦਾ ਗਲਤ ਕਰਮ ਕੀਤੇ ਸੀ। ਹੁਣ ਕੀ ਹੋਇਆ ਜੀ, ਉਸ ਤੋਂ ਬਾਅਦ ਮੁਗਲ ਫੌਜ ਦਾ ਕਮਾਂਡਰ ਸੀਗਾ ਮੀਰ ਮੰਨੂ। ਠੀਕ ਆ, ਅਬਦਾਲੀ ਜਦੋਂ ਦਿੱਲੀ ਵੱਲ ਵਧਿਆ ਇੱਕ ਵਾਰ ਅਬਦਾਲੀ ਦੀ ਹਾਰ ਹੋ ਗਈ, ਮੀਰ ਮੰਨੂ ਹੱਥੋਂ ਹਾਰ ਝੱਲਣੀ ਪੈ ਗਈ ਇੱਕ ਵਾਰੀ ਅਬਦਾਲੀ ਨੂੰ। ਫਿਰ ਕੀ ਹੋਇਆ ਜੀ, ਰਾਜਨੀਤੀ, ਕਿਉਂਕਿ ਉਹ ਆਪਸ ਦੇ ਵਿੱਚ ਲੜ ਰਹੇ ਸੀ ਹਨਾ, ਆਪਸ ਦੇ ਵਿੱਚ ਮੁਗਲ ਤੇ ਅਹਿਮਦ ਸ਼ਾਹ ਅਬਦਾਲੀ ਹੋ ਗਿਆ ਤੇ ਜਿਵੇਂ ਅਫਗਾਨਿਸਤਾਨ ਦੇ ਸ਼ਾਸਕ ਇਹ ਲੜ ਰਹੇ ਸੀ। ਫਿਰ ਕੀ ਹੋਇਆ ਜੀ, ਰਾਜਨੀਤਿਕ ਸ਼ਸ਼ੋਪੰਜ ਹੋ ਰਹੀ ਤਾਂ ਸਰਬੱਤ ਖਾਲਸਾ ਨੇ ਕੀ ਕਿਹਾ ਜੀ, ਕਿ ਹੁਣ ਸਾਨੂੰ ਵਾਪਸ ਆਉਣਾ ਚਾਹੀਦਾ। ਖਾਲਸਾ ਨੇ ਮੁੜ ਆਪਣੀ ਪਛਾਣ ਬਣਾ ਲਈ। ਖਾਲਸਾ ਦੀਆਂ ਸਾਰੀਆਂ ਫੌਜਾਂ, ਠੀਕ ਹੈ ਜੀ, 1748 'ਚ ਇੱਕ ਝੰਡੇ ਹੇਠਾਂ ਇਕੱਠਾ ਹੋਈਆਂ ਜਿਹਨੂੰ ਕਿ ਦਲ ਖਾਲਸਾ ਕਿਹਾ ਜਾਂਦਾ ਹੈ। ਮੋਸਟ ਇੰਪੋਰਟੈਂਟ ਕੁਐਸਚਨ ਆ, ਦਲ ਖਾਲਸਾ ਦੀ ਸਥਾਪਨਾ 1748 ਈਸਵੀ ਦੇ ਵਿੱਚ ਹੋਈ ਸੀ ਤੇ ਇਹਦੀ ਕਮਾਨ ਕਿਹਨੂੰ ਸੌਂਪੀ ਗਈ ਸੀ, ਇਹਦੀ ਕਮਾਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪੀ ਗਈ ਸੀ। ਠੀਕ ਆ, ਸੋ ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਵਾ। ਠੀਕ ਆ ਜੀ, ਸੋ ਨਵਾਬ ਕਪੂਰ ਸਿੰਘ ਇਹਨਾਂ ਦੇ ਨਾਲ ਸੀਗੇ, ਸੋ ਜਿਸ ਨੂੰ ਦਲ ਖਾਲਸਾ ਵੀ ਕਿਹਾ ਜਾਂਦਾ ਹੈ। ਫਿਰ ਕੀ ਹੋਇਆ ਜੀ, ਇਹਦੀਆਂ 11 ਇਕਾਈਆਂ ਬਣੀਆਂ ਦਲ ਖਾਲਸਾ ਨੂੰ ਵੀ, ਉਸ ਤੋਂ ਦਲ ਖਾਲਸਾ ਦਾ ਨਾਮ ਤਾਂ ਦਿੱਤਾ ਗਿਆ ਸੀ, ਉਹਨੂੰ ਗਾਂ ਇਕਾਈਆਂ ਜਾਣੀ ਕਿ ਮਿਸਲਾਂ ਦੇ ਵਿੱਚ ਵੰਡਿਆ ਗਿਆ, ਤਾਂ ਹਰ ਮਿਸਲ ਨੂੰ ਵੱਖਰਾ ਨਾਮ ਅਤੇ ਨੇਤਾ ਦਿੱਤਾ ਗਏ। ਪਰ ਆਪਾਂ ਆਮ ਤੌਰ ਦੇ ਉੱਤੇ ਪੜ੍ਹਦੇ ਹਾਂ ਕਿ ਸਿੱਖ ਮਿਸਲਾਂ ਕਿੰਨੀਆਂ ਸੀਗੀਆਂ, 12। ਵੈਸੇ ਮਿਸਲਾਂ 12 ਹੀ ਸੀਗੀਆਂ, ਬਟ ਐਕਚੁਅਲ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਜਿਹੜੀ ਦਲ ਖਾਲਸਾ ਦੇ ਅੰਡਰ ਸਿੱਖ ਮਿਸਲਾਂ ਹੁੰਦੀਆਂ ਸੀ ਉਹ 11 ਹੁੰਦੀਆਂ ਸੀਗੀਆਂ। ਠੀਕ ਹੈ, ਜਿਹੜੀ 12ਵੀਂ ਮਿਸਲ ਫੁਲਕੀਆਂ ਮਿਸਲ ਸੀ ਉਹ ਵੈਸੇ ਮਿਸਲ ਹੈਗੀ ਸੀ ਉਹ, ਬਟ ਉਹ ਦਲ ਖਾਲਸਾ ਦਾ ਭਾਗ ਨਹੀਂ ਸੀ, ਕਿਉਂਕਿ ਉਹਨਾਂ ਦੇ ਵਿੱਚ ਮਨਮੁਟਾਵ ਰਹਿੰਦਾ ਸੀ। ਤਾਂ ਕਈ ਵਾਰ ਉਹਨਾਂ ਨੇ ਜਨ ਵਿਰੋਧੀ ਇਹਨਾਂ ਦੇ ਵਿਰੁੱਧ ਵੀ ਕਾਰਵਾਈਆਂ ਕੀਤੀਆਂ, ਤਾਂ ਕਰਕੇ ਇਹ ਥੋੜਾ ਅਲੱਗ ਹੋ ਕੇ ਚੱਲਦੀ ਸੀ ਜਿਹੜੀ 12ਵੀਂ ਮਿਸਲ ਹੋਗੀ। ਠੀਕ ਹੈ ਜੀ, ਹੁਣ ਜੀ ਥੋੜੇ ਹੀ ਸਮੇਂ ਦੇ ਵਿੱਚ ਜਦੋਂ ਦਲ ਖਾਲਸਾ ਨੇ ਪੰਜਾਬ ਦੇ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ ਤਾਂ ਦਲ ਖਾਲਸਾ ਨੇ ਕੀ ਕੀਤਾ, ਪਹਿਲਾਂ ਸਰਹਿੰਦ ਵਿਖੇ ਅਹਿਮਦ ਸ਼ਾਹ ਅਬਦਾਲੀ ਦੇ ਗਵਰਨਰ ਨੂੰ ਫੜਾਇਆ। ਮੋਸਟ ਇੰਪੋਰਟੈਂਟ ਕੁਐਸਚਨ, ਸਰਹਿੰਦ ਦਾ ਵਿਖੇ ਨਾ ਅਹਿਮਦ ਸ਼ਾਹ ਅਬਦਾਲੀ ਨੇ ਇੱਕ ਗਵਰਨਰ ਲਾਇਆ, ਸਰਹਿੰਦ ਨੂੰ ਜਿੱਤ ਕੇ ਉੱਥੇ ਆਪਦਾ ਗਵਰਨਰ ਲਾ ਕੇ ਗਿਆ ਸੀ। ਠੀਕ ਆ, ਜਦੋਂ ਕਿਸੇ ਵੀ ਜਗ੍ਹਾ ਨੂੰ ਜਿੱਤ ਲੈਂਦੇ ਹੁੰਦੇ ਸੀ, ਇਹ ਸ਼ਹਿਰ ਨੂੰ ਜਾਂ ਜ਼ਿਲ੍ਹੇ ਨੂੰ ਜਾਂ ਸਟੇਟ ਨੂੰ, ਉੱਥੇ ਆਪਦਾ ਇੱਕ ਗਵਰਨਰ ਲਾ ਜਾਂਦੇ ਹੁੰਦੇ ਸੀ। ਤਾਂ ਉਹਦਾ ਗਵਰਨਰ ਸੀਗਾ ਅਹਿਮਦ ਸ਼ਾਹ ਅਬਦਾਲੀ ਦਾ ਸਰਹਿੰਦ ਤੇ। ਦਲ ਖਾਲਸਾ ਨੇ ਉਹਨਾਂ ਦੇ ਹਮਲਾ ਕੀਤਾ, ਉਹਨੂੰ ਹਰਾਤਾ। ਬਹੁਤ ਸਟਰੋਂਗ, ਬਹੁਤ ਵੱਡੀ ਉਪਲਬਧੀ ਸੀ ਉਸ ਟਾਈਮ ਦੇ ਉੱਤੇ। 1762 ਦੇ ਵਿੱਚ ਕੀ ਹੋਇਆ ਜੀ, ਵੱਡਾ ਘੱਲੂਘਾਰਾ ਹੋਇਆ। ਤਾਂ ਇਸੇ ਸਾਲ ਖਾਲਸਾ ਨੇ ਅੰਮ੍ਰਿਤਸਰ ਵਿਖੇ ਅਹਿਮਦ ਸ਼ਾਹ ਨੂੰ ਵੀ ਹਰਾਤਾ। 1762 ਦੇ ਵਿੱਚ ਆਪਾਂ ਪੜ੍ਹਿਆ ਹੋਇਆ ਵਾ ਇਹ ਬਹੁਤ ਚੰਗੀ ਤਰ੍ਹਾਂ, ਇਸ ਨੂੰ ਆਪਾਂ ਅਲੱਗ ਤੋਂ ਵੀ ਪੜਾਂਗੇ। ਜਿਹੜਾ ਵੱਡਾ ਘੱਲੂਘਾਰਾ ਮੈਂ ਅਲੱਗ ਤੋਂ ਮੈਂਸ਼ਨ ਕਰੂੰਗਾ ਤੁਹਾਨੂੰ, 1762 ਦੇ ਵਿੱਚ ਹੋਇਆ ਸੀ ਇਹ ਵੱਡਾ ਘੱਲੂਘਾਰਾ। ਸੋ ਵੱਡਾ ਘੱਲੂਘਾਰਾ ਦੇ ਵਿੱਚ ਮਲੇਰਕੋਟਲਾ ਦੇ ਨੇੜੇ ਪਿੰਡ ਆ, ਕੁੱਪ ਪਿੰਡ ਪੈਂਦਾ ਇੱਕ।
ਠੀਕ ਹੈ ਜੀ। ਮਲੇਰਕੋਟਲਾ ਦੇ ਨੇੜੇ ਕੁੱਪ ਪਿੰਡ ਪੈਂਦਾ ਵਾ, ਜਿੱਥੇ ਕਿ 1762 ਈਸਵੀ ਦੇ ਵਿੱਚ ਇਹਨੇ ਕੀ ਕੀਤਾ ਸੀਗਾ, ਆਪਣੇ ਅਹਿਮਦ ਸ਼ਾਹ ਅਬਦਾਲੀ ਸੀਗਾ ਉਸ ਟਾਈਮ ਦੇ ਉੱਤੇ, ਅਗਰ ਆਪਾਂ ਗੱਲ ਕਰੀਏ। ਸੋ ਅਹਿਮਦ ਸ਼ਾਹ ਅਬਦਾਲੀ ਨੇ ਕੀ ਕੀਤਾ ਜੀ, ਅਹਿਮਦ ਸ਼ਾਹ ਅਬਦਾਲੀ ਉਸ ਟਾਈਮ ਦੇ ਉੱਤੇ 1761 ਦੀ ਜਦੋਂ ਜੰਗ ਲੜ ਕੇ ਵਾਪਸ ਆ ਰਿਹਾ ਸੀਗਾ, ਮਤਲਬ ਪਾਣੀਪਤ ਦੀ ਲੜਾਈ ਜਿੱਤ ਕੇ ਉਹਨੂੰ ਇੱਕਦਮ ਲੋੜ ਪੈ ਗਈ ਸੀ ਤੇ ਉਹ ਵਾਪਸ ਅਫਗਾਨਿਸਤਾਨ ਜਾ ਰਿਹਾ ਸੀਗਾ। ਤਾਂ ਉੱਥੇ ਜਦੋਂ ਜਾ ਰਿਹਾ ਸੀ ਤਾਂ ਰਾਸਤੇ ਦੇ ਵਿੱਚ ਉਹਨੇ ਮਲੇਰਕੋਟਲਾ ਦੇ ਨੇੜੇ ਵੱਡਾ ਘੱਲੂਘਾਰਾ ਹੋਇਆ 1762 ਦੇ ਵਿੱਚ। ਸੋ ਉੱਥੇ ਕੁੱਪ ਦੇ ਨੇੜੇ ਜਾ ਕੇ ਇਹਨੇ ਬਹੁਤ ਸਾਰੇ ਸਿੱਖਾਂ ਦੇ ਉੱਤੇ ਹਮਲਾ ਕਰਕੇ ਨਿਹੱਥੇ ਸਿੱਖਾਂ ਨੂੰ ਵੀ ਜਾਨੋਂ ਕਾਫੀ ਕਤਲੇਆਮ ਕੀਤਾ ਸੀ ਉਸ ਟਾਈਮ ਦੇ ਉੱਤੇ, ਠੀਕ ਆ। ਫਿਰ ਕੀ ਹੋਇਆ ਜੀ, ਜਦੋਂ ਉਹ ਤੋਂ ਜਾ ਰਿਹਾ ਸੀ ਤਾਂ 1762 ਦੇ ਵਿੱਚ ਹੀ ਕੀ ਕੀਤਾ ਜੀ, ਸਿੱਖਾਂ ਨੇ ਕੀ ਕੀਤਾ ਜੀ ਉਸ ਟਾਈਮ ਦੇ ਉੱਤੇ, ਦੇਖੋ ਉਸ ਟਾਈਮ ਦੇ ਉੱਤੇ ਬਹੁਤ ਵੱਡੀ ਉਪਲਬਧੀ ਹੋਈ ਸੀ ਕਿ 1762 ਦੇ ਵਿੱਚ ਕੀ ਕੀਤਾ, ਗੁਰੂ ਆਪਣੇ ਜੋ ਸੀਗੇ ਆਪਣੇ ਮੰਨ ਲਓ ਤੁਸੀਂ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਦੇ ਵਿੱਚ ਨਾ 1762 ਦੇ ਵਿੱਚ ਅੰਮ੍ਰਿਤਸਰ ਦੇ ਵਿਖੇ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜੰਗ ਲੜੀ ਗਈ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਹਰਾਇਆ। ਦੇਖੋ ਅਬਦਾਲੀ ਇੱਕ ਇਦਾਂ ਦਾ ਸ਼ਾਸਕ ਸੀਗਾ ਕਿ ਬਹੁਤ ਕਰੂੜ ਸ਼ਾਸਕ ਸੀਗਾ, ਇਹਨੂੰ ਹਰਾਉਣਾ ਮੁਸ਼ਕਲ, ਬਹੁਤ ਜ਼ਿਆਦਾ ਮੁਸ਼ਕਲ ਸੀ, ਠੀਕ ਆ। ਉਸ ਟਾਈਮ ਦੇ ਉੱਤੇ ਦੇਖੋ ਸਿੱਖਾਂ ਨੇ ਇਹਨੂੰ ਵੀ ਹਰਾ ਦਿੱਤਾ ਸੀ, ਅਹਿਮਦ ਸ਼ਾਹ ਅਬਦਾਲੀ ਨੂੰ ਵੀ। ਦੇਖੋ ਕਿੱਡੀ ਵੱਡੀ ਉਪਲਬਧੀ ਸੀਗੀ ਕਿ ਅਹਿਮਦ ਸ਼ਾਹ ਅਬਦਾਲੀ ਨੂੰ ਉਹਨਾਂ ਨੇ ਹਰਾਇਆ ਤੇ ਭਾਜਣਾ ਪੈ ਗਈਆਂ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਉੱਥੋਂ ਭੱਜਣਾ ਪਿਆ ਸੀ ਜਦੋਂ ਇਹ ਲੜਾਈ ਹੋਈ ਸੀ ਅੰਮ੍ਰਿਤਸਰ ਦੇ ਵਿੱਚ। ਸੋ ਤੁਸੀਂ ਸੋਚ ਸਕਦੇ ਹੋ ਕਿ ਕਿੱਡਾ ਵੱਡਾ ਇਹਨਾਂ ਨੇ, ਕਿਉਂਕਿ ਇਹਦਾ ਵੱਡੇ ਘੱਲੂਘਾਰੇ ਦਾ ਵੀ ਇਹਨਾਂ ਨੇ ਬਦਲਾ ਲੈ ਲਿਆ ਸੀਗਾ, ਠੀਕ ਆ। ਆਪਣੇ ਸੁਲਤਾਨ ਉਲ ਕੌਮ ਕੌਣ ਸੀਗੇ ਉਦੋਂ, ਆਪਣੇ ਕਪੂਰ ਸਿੰਘ, ਠੀਕ ਹੈ ਜੀ, ਕਪੂਰ ਸਿੰਘ ਜਾਂ ਸੁਲਤਾਨ ਉਲ ਕੌਮ ਆਪਣੇ ਜੱਸਾ ਸਿੰਘ ਆਹਲੂਵਾਲੀਆ ਨੇ, ਠੀਕ ਹੈ ਜੀ। ਸੋ ਯਾਦ ਕਰਨਾ ਮੈਂ ਤੁਸੀਂ। ਅੱਗੇ ਕੀ ਹੋਇਆ ਜੀ, ਸਿੱਖਾਂ ਨੇ ਕੀ ਕੀਤਾ ਜੀ, ਸਤਲੁਜ ਤੋਂ ਜਦੋਂ ਯਮੁਨਾ ਇਲਾਕਿਆਂ ਦੇ ਮੁੜ ਕਬਜ਼ਾ ਕਰ ਲਿਆ 1764 ਦੇ ਵਿੱਚ ਸਰਹੰਦ ਵਿਖੇ ਕਬਜ਼ਾ ਕਰਨ ਉਪਰੰਤ ਮਿਸਲਦਾਰੀ ਪ੍ਰਣਾਲੀ ਹੋਂਦ ਦੇ ਵਿੱਚ ਆਈ। ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਨੇ ਯੋਗ ਅਗਵਾਈ ਕੀਤੀ ਸੀਗੀ ਇਹਦੀ, ਠੀਕ ਆ, ਇਹਦੀ ਆਪਣੀ ਦਲ ਖਾਲਸਾ ਦੀ ਮਿਸਲਾਂ ਦੀ। ਪਰ 1783 'ਚ ਕੀ ਹੋਇਆ ਜੀ, ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਮਗਰੋਂ ਪ੍ਰਤੱਖ ਦਲ ਖਾਲਸਾ ਦਾ ਅੰਤ ਹੋ ਗਿਆ। ਸੋ ਤੁਸੀਂ ਯਾਦ ਕਰਦੇ 1783 'ਚ ਇਹਨਾਂ ਦੀ ਮੌਤ ਹੋਈ ਸੀ। ਹੁਣ ਤੁਹਾਨੂੰ ਮੈਂ ਨਾ ਆਪਣੇ ਜੱਸਾ ਸਿੰਘ ਆਹਲੂਵਾਲੀਆ, ਸੁਲਤਾਨ ਉਲ ਕੌਮ ਬਾਰੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਨਾ ਐਡੀਸ਼ਨਲ ਫੈਕਟ ਦੱਸਦਾ ਵਾਂ ਕਿ ਇਹਨਾਂ ਦੇ ਐਡੀਸ਼ਨਲ ਫੈਕਟ ਕੀ ਸੀਗੇ। 1 ਮਿੰਟ ਦੇਣਾ ਜੀ ਬਸ ਮੈਨੂੰ। ਸੋ ਆਪਾਂ 12 ਮਿਸਲਾਂ ਕਰ ਲਈਏ ਪਹਿਲਾਂ। ਸੋ 12 ਮਿਸਲਾਂ ਆਪਾਂ ਬਾਅਦ 'ਚ ਕਰਦੇ ਹਾਂ। ਸੋ ਦੇਖੋ ਜੀ, ਜੱਸਾ ਸਿੰਘ ਆਹਲੂਵਾਲੀਆ ਨੇ ਇੱਕ ਉਪਲਬਧੀ ਹੋਰ ਹੋਈ ਸੀ ਕਿ 1783 ਈਸਵੀ ਦੇ ਵਿੱਚ ਕੀ ਹੋਇਆ ਜੀ, 1783 ਈਸਵੀ ਦੇ ਵਿੱਚ ਆਪਣੇ ਬਘੇਲ ਸਿੰਘ ਹੋ ਗਏ, ਜੱਸਾ ਸਿੰਘ ਆਹਲੂਵਾਲੀਆ ਤੇ ਜੱਸਾ ਸਿੰਘ ਰਾਮਗੜੀਆ, ਇਹ ਤਿੰਨੇ ਆਪਦੀ ਫੌਜ ਦੇ ਨਾਲ ਮਿਲ ਕੇ ਇਹਨਾਂ ਨੇ ਨਾ ਸ਼ਾਹ ਆਲਮ ਦੇ ਉੱਤੇ ਹਮਲਾ ਕੀਤਾ ਸੀ 1783 ਦੇ ਵਿੱਚ ਦਿੱਲੀ ਤੇ ਹਮਲਾ ਕੀਤਾ। ਜਦੋਂ ਦਿੱਲੀ ਦੇ ਉੱਤੇ ਹਮਲਾ ਕੀਤਾ ਤਾਂ ਦਿੱਲੀ ਦੇ ਉੱਤੇ ਇੰਨਾ ਜ਼ਬਰਦਸਤ ਹਮਲਾ ਹੋਇਆ ਕਿ ਉਹਦੇ ਵਿੱਚ ਸ਼ਾਹ ਆਲਮ ਨੂੰ ਵੀ ਇਹਨਾਂ ਨੇ ਹਰਾਤਾ। ਦਿੱਲੀ ਤੇ ਕਬਜ਼ਾ ਕਰਕੇ ਇਹਨਾਂ ਨੇ ਜਿਹੜਾ ਕੇਸਰੀ ਝੰਡਾ ਸੀ ਉਹ ਉੱਤੇ ਲਹਿਰਾਤਾ ਸੀਗਾ, ਆਪਣੇ ਦਿੱਲੀ ਦੇ ਤਖਤ ਲਾਲ ਕਿਲੇ ਦੇ ਉੱਤੇ ਕੇਸਰੀ ਝੰਡਾ ਲਹਿਰਾਤਾ ਸੀ। ਸੋ ਦੇਖੋ ਇਹਦਾ ਇਹ ਸੀਗਾ ਕਿ ਵੈਸੇ ਉਸ ਟਾਈਮ ਦੇ ਉੱਤੇ ਇਹ ਕਬਜ਼ਾ ਕਰ ਸਕਦੇ ਸੀਗੇ ਦਿੱਲੀ ਦੇ ਉੱਤੇ, ਜਿਹਦਾ ਵੀ ਕਬਜ਼ਾ ਹੁੰਦਾ ਸੀ ਉਸ ਟਾਈਮ ਦੇ ਉੱਤੇ, ਦਿੱਲੀ ਦਾ ਜਿਹੜਾ ਕਬਜ਼ਾ ਉਹਦਾ ਪੂਰਾ ਭਾਰਤ ਦਾ ਕਬਜ਼ਾ ਮੰਨਿਆ ਜਾਂਦਾ ਹੁੰਦਾ ਸੀਗਾ। ਬਟ ਇਹਨਾਂ ਨੇ ਉਸ ਟਾਈਮ ਦੇ ਉੱਤੇ ਥੋੜੀ ਜਿਹੀ ਕੋਈ ਸੰਧੀ ਹੋਈ ਸ਼ਾਹ ਆਲਮ ਦੇ ਨਾਲ, ਕਿਉਂਕਿ ਉਸ ਟਾਈਮ ਦੇ ਉੱਤੇ ਐਡੀ ਵੀ ਵੱਡੀ ਉਹ ਨਹੀਂ ਸੀਗੀ ਫੌਜ ਬਣੀ ਹੋਈ ਆਪਣੀ ਸਿੱਖਾਂ ਦੀ ਕਿ ਉਹ ਪੂਰੇ ਭਾਰਤ ਦੇ ਉੱਤੇ ਰਾਜ ਕਰਨਾ, ਠੀਕ ਆ। ਸੋ ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਲੜਾਈ ਵੀ ਲੱਗ ਸਕਦੀ ਸੀ। ਤਾਂ ਉਹਨਾਂ ਨੇ ਕੀ ਕੀਤਾ, ਇੱਕ ਸੰਧੀ ਕੀਤੀ ਕਿ ਕੁਛ ਹੋਰ 2-3 ਇਹਨਾਂ ਨੇ ਸ਼ਰਤਾਂ ਰੱਖੀਆਂ ਉਹਦੇ ਮੂਹਰੇ, ਸ਼ਾਹ ਆਲਮ ਦੇ ਮੂਹਰੇ ਵੀ। ਉਹਦੇ ਕਰਕੇ ਉਹਨਾਂ ਨੇ ਰਾਜਪਾਠ ਨੂੰ ਲੁਟਾਤਾ ਸੀ, ਵਾਪਸ ਕਰਤਾ ਸੀ ਕਿ 7 ਜਿਹੜੀਆਂ ਆਪਣੀਆਂ ਨੇ, ਠੀਕ ਹੈ ਜੀ, 7 ਗੁਰਦੁਆਰਿਆਂ ਦਾ ਨਿਰਮਾਣ ਕਰਵਾਊਗਾ ਸ਼ਾਹ ਆਲਮ ਜਿਹੜਾ, ਠੀਕ ਆ, ਦਿੱਲੀ ਦੇ ਵਿੱਚ। ਸੋ ਇੱਕ ਇਹ ਸ਼ਰਤ ਰੱਖੀ ਗਈ ਸੀ। ਦੂਜੀ ਸ਼ਰਤ ਹੁਣ ਉਸ ਟਾਈਮ ਦੇ ਉੱਤੇ ਇਹ ਵੀ ਕਿਹਾ ਜਾਂਦਾ ਵਾ, ਕਹਿੰਦੇ ਜੱਸਾ ਸਿੰਘ ਆਹਲੂਵਾਲੀਆ ਨੂੰ ਬਾਦਸ਼ਾਹ ਬਣਾਉਣ ਲਈ ਵੀ ਕਿਹਾ ਗਿਆ ਸੀ, ਕਿਉਂਕਿ ਬਾਕੀ ਜੋ ਇਹਨਾਂ ਦੇ ਸੀਗੇ ਕਿ ਬਾਦਸ਼ਾਹ ਦੀ ਉਪਾਧੀ ਦਿੱਤੀ ਜਾਵੇ, ਕਿ ਇਹਨਾਂ ਨੂੰ ਬਾਦਸ਼ਾਹ ਬਣਾਇਆ ਜਾਵੇ ਦਿੱਲੀ ਦਾ। ਸੋ ਬਟ ਜੱਸਾ ਸਿੰਘ ਆਹਲੂਵਾਲੀਆ ਨੇ ਇਹਨੂੰ ਰਿਜੈਕਟ ਕਰਤਾ ਸੀ, ਕਿਉਂਕਿ ਜੱਸਾ ਸਿੰਘ ਆਹਲੂਵਾਲੀਆ ਕਹਿੰਦੇ ਸੀ ਕਿ ਆਪਣੇ ਜਿਹੜੇ ਸਿੱਖ ਧਰਮ ਦੇ ਵਿੱਚ ਬਾਦਸ਼ਾਹ ਨਾਮ ਦਾ ਕੋਈ ਵੀ ਵਰਡ ਦਰਜ ਨਹੀਂ ਹੋਊਗਾ, ਸੋ ਮੈਂ ਇਹ ਉਪਾਧੀ ਨਹੀਂ ਲੈਣਗੀ। ਸੋ ਇੰਨੇ ਵੱਡੇ ਇਹ ਸੂਰਮੇ ਸੀਗੇ। ਤੇ ਸੋ ਤੁਸੀਂ ਪੜ੍ਹ ਲਿਆ ਹੋਵੇਗਾ ਇਹਦੇ ਬਾਰੇ। ਹੁਣ ਦਲ ਖਾਲਸਾ ਦੀਆਂ ਨਾ 12 ਮਿਸਲਾਂ ਸੀਗੀਆਂ, ਠੀਕ ਆ, ਜਿਹੜੀਆਂ ਕਿ 12 ਮਿਸਲਾਂ, ਵੈਸੇ 11 ਸੀਗੀ, ਜਿਹੜੀ ਮੈਂ 12ਵੀਂ ਮਿਸਲ ਤੁਹਾਨੂੰ ਕਹੀ ਸੀ ਕਿ ਉਹ ਥੋੜੀ ਅਲੱਗ ਹੋ ਕੇ ਕੰਮ ਕਰਦੀ, ਬਟ 12 ਮਿਸਲ। ਇਹਦੇ ਵਿੱਚ ਪੇਪਰ ਦੇ ਵਿੱਚ ਕੁਐਸਚਨ ਕੀ ਆਊਗਾ ਤੁਹਾਨੂੰ ਕਿ ਕਿਹੜੀ ਮਿਸਲ ਦਾ ਕਿਹੜਾ ਆਪਣਾ ਨੇਤਾ ਸੀਗਾ। ਦੇਖੋ ਜੀ, ਕਰੋੜ ਸਿੰਘੀਆ ਮਿਸਲ ਜਿਹੜੀ ਸੀ ਉਹਦਾ ਨੇਤਾ ਸੀਗਾ ਕਰੋੜ ਸਿੰਘ, ਨਿਸ਼ਾਨ ਵਾਲੀਆ ਮਿਸਲ ਦਸੌਦਾ ਸਿੰਘ, ਸ਼ਹੀਦਾਂ ਮਿਸਲਾਂ ਦਾ ਬਾਬਾ ਦੀਪ ਸਿੰਘ ਜੀ ਸੀਗੇ, ਠੀਕ ਆ, ਨਕਾਈ ਮਿਸਲ ਦੇ ਹੀਰਾ ਸਿੰਘ ਨਕਾਈ, ਡੱਲੇ ਵਾਲੀਆ ਮਿਸਲ ਦੇ ਗੁਲਾਬ ਸਿੰਘ ਡੱਲੇ ਵਾਲੀਆ, ਰਾਮਗੜੀਆ ਮਿਸਲ ਦੇ ਜੱਸਾ ਸਿੰਘ ਰਾਮਗੜੀਆ, ਠੀਕ ਆ, ਕਨਫਿਊਜ਼ ਨਹੀਂ ਹੋਣਾ। ਫੁਲਕੀਆਂ ਦੇ ਸੀਗੇ ਜੀ ਚੌਧਰੀ ਫੂਲ ਭੰਗੀ ਮਿਸਲ ਦੇ ਸੀਗੇ ਹਰੀ ਸਿੰਘ ਢਿੱਲੋਂ, ਆਹਲੂਵਾਲੀਆ ਮਿਸਲ ਦੇ ਜੱਸਾ ਸਿੰਘ ਆਹਲੂਵਾਲੀਆ, ਕਨ੍ਹਈਆ ਮਿਸਲ ਦੇ ਜੈ ਸਿੰਘ, ਠੀਕ ਆ ਜੀ, ਸਿੰਘਾਪੁਰੀਆ ਮਿਸਲ ਦੇ ਸੀਗੇ ਨਵਾਬ ਕਪੂਰ ਸਿੰਘ। ਇਹ ਉਹੀ ਨਵਾਬ ਕਪੂਰ ਸਿੰਘ ਨੇ ਜਿਨ੍ਹਾਂ ਨੇ ਕਿ ਦਲ ਖਾਲਸਾ ਦਾ ਉਹ ਮਿਸਲਾਂ ਦੇ ਵਿੱਚ ਵੰਡਿਆ ਸੀ। ਸ਼ੁਕਰਚਾਰੀਆ ਮਿਸਲ ਬੁੱਧ ਸਿੰਘ, ਦੇਖੋ ਜੀ, ਠੀਕ ਹੈ ਜੀ। ਹੁਣ ਇਹ ਤੁਸੀਂ ਸ਼ੁਕਰਚਾਰੀਆ ਮਿਸਲ ਆਪਾਂ ਜਾਣਦੇ ਹਾਂ ਕਿ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਹ ਕਰਦਾ, ਮਹਾਰਾਜਾ ਰਣਜੀਤ ਸਿੰਘ ਤਾਲੁਕਾਤ ਰੱਖਦੇ ਸੀ। ਪਰ ਤੁਸੀਂ ਇਹਦੇ ਵਿੱਚ ਕਨਫਿਊਜ਼ ਨਾ, ਕਈ ਵਾਰ ਮਹਾਰਾਜਾ ਰਣਜੀਤ ਸਿੰਘ ਦਾ ਵੀ ਨਾਮ ਦੇ ਦਿੰਦੇ ਨੇ ਉਹ, ਠੀਕ ਹੈ ਜੀ। ਸੋ ਅਗਰ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਦੇਣਗੇ ਉਹ ਤਾਂ ਤੁਸੀਂ ਚੜ੍ਹਤ ਸਿੰਘ ਦਾ ਨਾਮ ਦੇਣਗੇ। ਚੜ੍ਹਤ ਸਿੰਘ ਮਤਲਬ ਕਿ ਮਹਾਰਾਜਾ ਰਣਜੀਤ ਸਿੰਘ ਦੇ ਫਾਦਰ ਦਾ ਨਾਮ ਦੇ ਕੇ ਤੁਹਾਨੂੰ ਕਨਫਿਊਜ਼ ਕਰਨਗੇ, ਤੁਸੀਂ ਕਨਫਿਊਜ਼ ਨਹੀਂ ਹੋਣਾ। ਬੁੱਧ ਸਿੰਘ ਇਹਨਾਂ ਦੇ ਗ੍ਰੈਂਡਫਾਦਰ ਸੀਗੇ, ਸੋ ਗ੍ਰੈਂਡਫਾਦਰ ਮਹਾਰਾਜਾ ਰਣਜੀਤ ਸਿੰਘ ਦੇ ਸੀਗੇ। ਸੋ ਉਹਨਾਂ ਨੇ ਸ਼ੁਕਰਚਾਰੀਆ ਮਿਸਲ ਦਾ ਇਹਨਾਂ ਦੇ ਨੇਤਾ ਸੀਗੇ। ਸੋ ਹੁਣ ਆਈ ਹੋਪ ਤੁਹਾਨੂੰ ਸਾਰਾ ਬਹੁਤ ਚੰਗੀ ਤਰ੍ਹਾਂ ਕਰ ਚੁੱਕੇ ਹੋਵੋਗੇ ਤੁਸੀਂ। ਸੋ ਇਹ 7 ਨੰਬਰ ਕਲਾਸ ਆਪਣੀ ਹੋ ਗਈ ਹੋਈ ਆ। ਨੈਕਸਟ ਕਲਾਸ ਆਪਾਂ 8 ਨੰਬਰ ਕਲਾਸ ਆਪਾਂ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ, ਤੇ 7 ਤੇ 8 ਨੰਬਰ ਕਲਾਸ ਦੇ ਆਪਾਂ MCQ ਕਰਾਂਗੇ। ਮੋਸਟ
ਇੰਪੋਰਟੈਂਟ MCQ ਆਪਾਂ ਕਰਾਂਗੇ। ਸੋ ਤੁਸੀਂ ਇਹਦੇ ਵਿੱਚ ਕੋਈ ਵੀ ਉਹ ਨਹੀਂ ਹੋਣਾਗਾ, ਇਹਦੇ ਵਿੱਚ ਸਾਰੇ ਆਪਣੇ ਕਵਰ ਹੋ ਜਾਣਗੇ, ਠੀਕ ਹੈ, ਜਿੰਨੇ ਵੀ ਆਪਣੇ ਹੋਣਗੇ MCQ ਵਗੈਰਾ। ਸੋ ਇਹਦੇ ਵਿੱਚ ਪੁਆਇੰਟ ਜੋ ਮੈਂ ਰੈੱਡ ਕੀਤੇ ਨੇ ਉਹ ਤੁਸੀਂ ਚੰਗੀ ਤਰ੍ਹਾਂ ਯਾਦ ਕਰਨੇ ਨੇ। ਸੋ ਆਪਣੇ ਚੈਨਲ ਨੂੰ ਜੀ ਸਬਸਕ੍ਰਾਈਬ ਜ਼ਰੂਰ ਕਰਿਓ। ਇਹਦੀ PDF ਤੁਹਾਨੂੰ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ ਮਿਲ ਜਾਏਗੀ, ਠੀਕ ਹੈ ਜੀ। ਮਿਲਦੇ ਹਾਂ ਆਪਣੀ ਅਗਲੀ ਕਲਾਸ ਲਈ। ਧੰਨਵਾਦ ਜੀ।